ਅੱਗੇ ਕਰਦੇ ਠੀਕ ਹੈ ਜੀ। ਆਪਾਂ ਆਹ ਟੌਪਿਕ ਕਰਦੇ ਹੁਣ ਆਪਾਂ ਨਾਗਰਿਕਤਾ ਕਰ ਰਹੇ ਹੈਗੇ ਨਾਗਰਿਕਤਾ। ਠੀਕ ਹੈ ਜੀ। ਅਗਲਾ ਸਿਟੀਜ਼ਨशिप। ਇੱਕ ਮਿੰਟ ਹੀ, ਇੱਕ ਮਿੰਟ ਪੈਨ ਚਲਾ ਲਈਏ। ਕੀ ਹੋ ਗਿਆ ਇਹਨੂੰ? ਨਾਗਰਿਕਤਾ ਠੀਕ ਹੈ ਜੀ। ਤੁਹਾਨੂੰ ਪਹਿਲਾਂ ਦੱਸਿਆ ਹੀ ਗਿਆ ਸੀਗਾ ਜਿਹੜਾ ਨਾਗਰਿਕਤਾ ਕੀ ਹੈ। ਨਾਗਰਿਕਤਾ ਤੁਹਾਨੂੰ ਕੱਲ੍ਹ ਦੱਸਿਆ ਸੀ ਜਿਹੜਾ ਭਾਗ ਕਿੰਨਵਾਂ ਹੈਗਾ, ਦੂਜਾ। ਨਾਗਰਿਕਤਾ ਸਿਟੀਜ਼ਨशिप ਨੂੰ ਪਾਰਟ ਕਿੰਨਵਾਂ ਹੈਗਾ ਆਪਣਾ, ਦੂਸਰਾ ਹੈ। ਆਰਟੀਕਲ ਕਿਹੜੇ ਹੈਗੇ 5 ਤੋਂ 11, ਇਹ ਤੁਸੀਂ ਯਾਦ ਰੱਖਣੇ ਹੈ। ਇੱਕ ਤੁਹਾਨੂੰ ਇਹ ਵੀ ਦੱਸਤਾ ਸੀਗਾ ਭਾਰਤ ਵਿੱਚ ਕਿਹੜੀ ਨਾਗਰਿਕਤਾ, ਇਕਹਿਰੀ ਨਾਗਰਿਕਤਾ ਦਾ ਮੀਨਿੰਗ ਸਮਝ ਆ ਗਿਆ ਸੀ ਨਾ, ਵੀ ਸਾਡੇ ਦੇਸ਼ ਵਿੱਚ ਇੱਕ ਸਿੰਗਲ ਨਾਗਰਿਕਤਾ ਹੀ ਹੈ, ਸਿੰਗਲ ਸਿਟੀਜ਼ਨशिप ਹੈ। ਅਤੇ ਕੌਣ ਦਿੰਦਾ ਉਹ ਸਿੰਗਲ ਸਿਟੀਜ਼ਨशिप? ਕੇਂਦਰ ਸਰਕਾਰ। ਇਹ ਪ੍ਰਾਵਧਾਨ ਕਿੱਥੋਂ ਲਿਆ ਗਿਆ, ਇਹ ਵੀ ਆਪਾਂ ਕਰ ਚੁੱਕੇ ਹਾਂ। ਕਿੱਥੋਂ ਲਿਆ ਗਿਆ ਇਹ? ਯੂਕੇ ਤੋਂ, ਬ੍ਰਿਟੇਨ ਤੋਂ, ਇੰਗਲੈਂਡ ਤੋਂ। ਠੀਕ ਹੈ ਜੀ। ਆ ਵੀ ਤੁਹਾਨੂੰ ਦੱਸਤਾ ਸੀਗਾ ਵੀ ਸੰਘ ਸੂਚੀ ਦਾ ਵਿਸ਼ਾ। ਸੰਘ ਸੂਚੀ ਦਾ ਮੀਨਿੰਗ ਵੀ ਜਿਹੜੀ ਨਾਗਰਿਕਤਾ ਹੈ ਉਹ ਕੌਣ ਜਾਰੀ ਕਰਦਾ ਹੈਗਾ? ਕੇਂਦਰ ਸਰਕਾਰ ਜਾਰੀ ਕਰਦੀ ਹੈ। ਅਤੇ ਸੰਘ ਸੂਚੀ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਉਹ ਵਿਸ਼ੇ ਹੁੰਦੇ ਹੈ ਜਿਹਦੇ ਉੱਤੇ ਸਿਰਫ ਕਾਨੂੰਨ ਕੌਣ ਬਣਾ ਸਕਦਾ? ਕੇਂਦਰ ਸਰਕਾਰ। ਠੀਕ ਹੈ ਜੀ। ਸੰਸਦ ਦੇ ਵਿਸ਼ੇਸ਼ ਅਧਿਕਾਰ ਵਿੱਚ ਹੈ। ਆ ਇਹਦੇ ਕੁਝ ਫੈਕਟ ਹੈ, ਯਾਦ ਰੱਖ ਲੈਣੇ, ਪੜ੍ਹ ਲੈਣੇ ਆ ਇਹ। ਕਨੇਡਾ ਵਿੱਚ ਵੀ ਕਿਹੜੀ ਨਾਗਰਿਕਤਾ ਹੈ? ਇਕਹਿਰੀ। ਕਨੇਡਾ 'ਚ ਇਕਹਿਰੀ ਹੈ। ਜਦੋਂ ਅਮਰੀਕਾ ਦਾ ਆਪਾਂ ਪੜ੍ਹ ਚੁੱਕੇ ਹਾਂ ਕਿਹੜੀ ਨਾਗਰਿਕਤਾ ਹੈ? ਦੂਹਰੀ। ਉਸੇ ਤਰ੍ਹਾਂ ਸਵਿਟਜ਼ਰਲੈਂਡ ਵਿੱਚ ਵੀ ਕਿਹੜੀ ਨਾਗਰਿਕਤਾ ਹੈਗੀ ਹੈ? ਦੂਹਰੀ। ਤੁਸੀਂ ਵੈਸੇ ਅਮਰੀਕਾ ਹੀ ਯਾਦ ਰੱਖ ਲਿਓ ਬਸ ਇਹਦੇ ਵਿੱਚੋਂ ਜੀ, ਇੱਕ ਕਨੇਡਾ। ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਤਰੀਕੇ ਕਿੰਨੇ ਆ? ਇਹ ਨਾ ਵੈਸੇ ਜ਼ਿਆਦਾ ਨਹੀਂ ਆਉਂਦਾ ਪੇਪਰ 'ਚ, ਇਹਨੂੰ ਵੈਸੇ ਪੜ੍ਹ ਲੈਣਾ। ਭਾਰਤੀ ਨਾਗਰਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ? ਪੇਪਰ 'ਚ ਸਿਰਫ ਇੰਨਾ ਕੀ ਆਉਂਦਾ ਹੁੰਦਾ, ਜਿਹੜੀ ਆਹ ਸਲਾਈਡ ਹੈ। ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ 5 ਤਰੀਕੇ ਹੈ। ਪਹਿਲਾ ਵੇਖੋ, ਜਨਮ ਰਾਹੀਂ। ਜੇ ਕੋਈ ਵੀ ਵਿਅਕਤੀ ਹੈ, ਮੰਨ ਲਓ 26 ਜਨਵਰੀ 1950 ਜਦੋਂ ਆਪਣਾ ਦੇਸ਼ ਦਾ ਸੰਵਿਧਾਨ ਲਾਗੂ ਹੋਇਆ, ਉਦੋਂ ਬਾਅਦ ਠੀਕ ਹੈ, ਉਦੋਂ ਬਾਅਦ ਪੈਦਾ ਹੋਇਆ ਹੋਵੇ ਭਾਰਤ ਦੇ ਵਿੱਚ, ਅਤੇ ਉਹਦੇ ਮਾਤਾ ਪਿਤਾ ਉਹਨਾਂ ਵਿੱਚੋਂ ਕੋਈ ਵੀ ਇੱਕ ਜਣਾ ਭਾਰਤੀ ਹੋਵੇ, ਤਾਂ ਉਹ ਕਿਹੜਾ ਹੋਊਗਾ? ਭਾਰਤੀ ਨਾਗਰਿਕ ਕਹਿਲਾਏਗਾ। ਠੀਕ ਹੈ ਜੀ। ਦੂਜਾ ਆ ਗਿਆ ਵੰਸ਼ ਰਾਹੀਂ। ਉਹੀ ਹੈ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਤੋਂ ਬਾਅਦ, ਜਾਂ ਉਹਨੂੰ ਭਾਰਤ ਤੋਂ ਕੋਈ ਵੀ ਬੱਚਾ ਜਿਹੜਾ ਭਾਰਤ ਤੋਂ ਬਾਹਰ ਪੈਦਾ ਹੋਇਆ ਹੋਵੇ, ਵਿਅਕਤੀ ਕੀ ਹੈ? ਭਾਰਤ ਤੋਂ ਬਾਹਰ ਪੈਦਾ ਹੋਇਆ ਹੋਵੇ, ਉਹ ਭਾਰਤ ਦਾ ਨਾਗਰਿਕ ਤਾਂ ਕਹਿਲਾਏਗਾ ਜੇਕਰ ਉਹਦੇ ਜਨਮ ਦੇ ਸਮੇਂ ਤੋਂ ਉਹਦੇ ਮਾਤਾ ਜਾਂ ਪਿਤਾ ਵਿੱਚੋਂ ਇੱਕ ਜਣਾ ਕੀ ਹੋਵੇ? ਭਾਰਤੀ ਹੋਵੇ। ਇੱਕ ਜਣਾ ਕੀ ਹੋਵੇ? ਭਾਰਤੀ ਹੋਵੇ। ਫੈਕਟ ਹੈ, ਪੜ੍ਹ ਲਿਓ, ਇਹ ਜ਼ਿਆਦਾ ਨਹੀਂ ਆਉਂਦਾ। ਤੀਜਾ ਹੈਗਾ ਪੰਜੀਕਰਨ ਲਈ। ਪੰਜੀਕਰਨ ਦਾ ਮੀਨਿੰਗ ਹੁੰਦਾ ਵੀ ਜੇ ਸਰਕਾਰ ਤੋਂ ਰਜਿਸਟ੍ਰੇਸ਼ਨ ਕਰਾਉਂਦੇ ਆ, ਰਜਿਸਟ੍ਰੇਸ਼ਨ। ਆਹ ਪੜ੍ਹ ਲਿਓ, ਰਜਿਸਟ੍ਰੇਸ਼ਨ ਵਾਲਾ ਯਾਦ ਰੱਖਿਓ। ਜੇ ਕੋਈ ਵੀ ਵਿਅਕਤੀ ਹੈ ਲਗਾਤਾਰ, ਕੋਈ ਵੀ ਬਾਹਰਲੀ ਕੰਟਰੀ ਦਾ ਵਿਅਕਤੀ ਹੈ, ਉਹ ਲਗਾਤਾਰ ਦੇਸ਼ ਦੇ ਵਿੱਚ, ਆਪਣੇ ਭਾਰਤ ਦੇਸ਼ ਦੇ ਵਿੱਚ 7 ਸਾਲ ਤੋਂ ਰਹਿ ਰਿਹਾ ਹੋਵੇ ਲਗਾਤਾਰ, ਤਾਂ ਉਹ ਕੀ ਹੈ? ਰਜਿਸਟ੍ਰੇਸ਼ਨ ਕਰਵਾ ਕੇ ਜਿਹੜੀ ਹੈਗੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦਾ ਹੈ। ਠੀਕ ਹੈ ਜੀ। ਅੱਗੇ ਆ ਜਾਓ, ਕੁਦਰਤੀਕਰਨ। ਤੁਸੀਂ ਆਹ ਬਾਈ ਯਾਦ ਕਰ ਲੈਣਾ, ਰਜਿਸਟ੍ਰੇਸ਼ਨ ਵਾਲਾ। ਰਜਿਸਟ੍ਰੇਸ਼ਨ ਦੀ ਸੀਮਾ ਕਿੰਨੀ ਹੈਗੀ? 7 ਈਅਰਜ਼। ਕੁਦਰਤੀਕਰਨ ਬਾਏ ਨੈਚੁਰਲਿਜ਼ਮ। ਜੇਕਰ ਕੋਈ ਵਿਅਕਤੀ ਭਾਰਤ ਵਿੱਚ 12 ਸਾਲਾਂ ਤੋਂ ਰਹਿ ਰਿਹਾ ਹੋਵੇ, ਠੀਕ ਹੈ, ਜੇਕਰ ਕੋਈ ਵਿਅਕਤੀ ਭਾਰਤ ਵਿੱਚ ਕੀ ਹੈ 12 ਸਾਲਾਂ ਤੋਂ ਰਹਿ ਰਿਹਾ ਹੋਵੇ, ਪਰੰਤੂ ਜਦੋਂ ਉਹ ਆਪਦੀ ਰਜਿਸਟ੍ਰੇਸ਼ਨ ਲਈ ਅਪਲਾਈ ਕਰਦਾ ਤਾਂ ਉਹ ਘੱਟੋ ਘੱਟ 1 ਸਾਲ ਅਤੇ ਠੀਕ ਹੈ 1 ਸਾਲ ਅਤੇ ਕੁੱਲ ਹੋਰ ਐਕਸਟਰਾ ਲਾ ਲਓ 11, ਟੋਟਲ ਕਿੰਨੇ ਬਣ ਗਏ? 12 ਸਾਲ। ਜਦੋਂ ਉਹਨੇ ਅਪਲਾਈ ਕਰਨਾ ਹੈ ਉਦੋਂ ਪਹਿਲਾਂ ਲਗਾਤਾਰ ਘੱਟੋ ਘੱਟ 1 ਸਾਲ ਉਦੋਂ ਅਤੇ 11 ਸਾਲ ਹੋਰ, ਟੋਟਲ ਕਿੰਨੇ ਹੋ ਗਏ? 12 ਸਾਲ ਭਾਰਤ ਵਿੱਚ ਰਹਿ ਰਿਹਾ ਹੋਵੇ ਤਾਂ ਉਹਨੂੰ ਵੀ ਕੀ ਮਿਲੂਗੀ? ਭਾਰਤ ਦੀ ਨਾਗਰਿਕਤਾ ਮਿਲੇਗੀ। ਪਰੰਤੂ ਇਹਦੇ ਵਿੱਚ ਇਹ ਹੁੰਦਾ ਹੈ ਵੀ ਉਹਦੇ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਾ ਹੋਵੇ। ਇਹ ਸਾਰੀ ਕੰਡੀਸ਼ਨ ਸਾਰਿਆਂ 'ਚ ਹੁੰਦੀ ਹੈ ਵੈਸੇ, ਵੀ ਉਹਦੇ ਹੋਰ ਦੇਸ਼ ਦੀ ਨਾਗਰਿਕਤਾ ਨਾ ਹੋਵੇ। ਅਤੇ ਇਹਦੇ ਵਿੱਚ ਕੰਡੀਸ਼ਨ ਇੱਕ ਇਹ ਹੈ ਵੀ ਉਹਨੂੰ ਇੱਕ ਜਿਹੜੀ ਪ੍ਰਮਾਣਿਤ ਭਾਸ਼ਾ ਜਿਹੜੀਆਂ ਆਪਣੀਆਂ, ਉਹਦੇ ਵਿੱਚੋਂ ਘੱਟੋ ਘੱਟ ਇੱਕ ਭਾਸ਼ਾ ਦੀ ਜਾਣਕਾਰੀ ਹੋਵੇ। ਤੁਹਾਨੂੰ ਕੱਲ੍ਹ ਦੱਸਿਆ ਸੀਗਾ ਵੀ ਆਪਣੇ ਸੰਵਿਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈਗੀ ਹੈ ਹੁਣ ਇਸ ਟਾਈਮ 22। ਮੂਲ ਸੰਵਿਧਾਨ 'ਚ ਕਿੰਨੀਆਂ ਸੀਗੀਆਂ? ਮੂਲ 'ਚ ਜਦੋਂ ਸੰਵਿਧਾਨ ਬਣਿਆ ਉਦੋਂ ਕਿੰਨੀਆਂ ਭਾਸ਼ਾ ਨੂੰ ਮਾਨਤਾ ਸੀ? 14। ਹੁਣ ਹੈਗੀ ਹੈ 22। ਸਟਾਰਟਿੰਗ 'ਚ ਕਿੰਨੀਆਂ ਸੀਗੀਆਂ? 14। ਕਹਿੰਦੇ ਵੀ ਜਿਹੜੀ ਪ੍ਰਮਾਣਿਤ ਭਾਸ਼ਾ ਹੈ ਉਹਨਾਂ ਵਿੱਚੋਂ ਕੋਈ ਵੀ ਇੱਕ ਦੀ ਉਹ ਜਾਣਕਾਰੀ ਰੱਖਦਾ ਹੋਵੇ। ਠੀਕ ਹੈ ਜੀ। ਅੱਗੇ ਆ ਜਾਓ, ਜ਼ਮੀਨ ਪ੍ਰਾਪਤੀ ਦੁਆਰਾ। ਇੱਥੇ ਨਾ ਜ਼ਮੀਨ ਪ੍ਰਾਪਤੀ ਦਾ ਮੀਨਿੰਗ ਇਹ ਨਹੀਂ ਵੀ ਕਿਸੇ ਬਾਹਰਲੇ ਬੰਦੇ ਨੇ ਆਪਣੇ ਇੰਡੀਆ 'ਚ ਜ਼ਮੀਨ ਖਰੀਦ ਲਈ। ਇੱਥੇ ਜ਼ਮੀਨ ਪ੍ਰਾਪਤੀ ਦਾ ਮੀਨਿੰਗ ਹੈ ਜਦੋਂ ਕੋਈ ਨਵਾਂ ਰਾਜ ਭਾਰਤ ਦਾ ਹਿੱਸਾ ਬਣਦਾ, ਜਦੋਂ ਕੋਈ ਵੀ ਜਿਹੜੀ ਨਵੀਂ ਸਟੇਟ ਹੈ ਜਾਂ ਕੋਈ ਹੋਰ ਕੰਟਰੀ ਦੀ, ਕੋਈ ਦੇਸ਼, ਮੰਨ ਲਓ ਆਪਾਂ ਕਿਸੇ ਦੀ ਜਗ੍ਹਾ ਜਿੱਤ ਲਈ,
ਉਹ ਭਾਰਤ ਦਾ ਕੀ ਬਣ ਗਈ, ਹਿੱਸਾ ਬਣ ਗਈ। ਠੀਕ ਹੈ, ਉਹਨੂੰ ਕਹੇ ਜਾਂਦੇ ਵੀ ਆਪਾਂ ਉਹਦੀ ਜ਼ਮੀਨ ਪ੍ਰਾਪਤ ਕਰ ਲਈ, ਆਪਾਂ ਨੂੰ ਕੀ ਹੋ ਗਈ, ਉਹਨਾਂ ਦੀ ਜ਼ਮੀਨ ਪ੍ਰਾਪਤ ਹੋ ਗਈ। ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਜਾਂ ਕੋਈ ਹੋਰ ਮੰਨ ਲਓ ਕੰਟਰੀ ਦੀ ਕੋਈ ਜ਼ਮੀਨ ਹੈ, ਆਪਾਂ ਜਿੱਤ ਜਾਂਦੇ ਹੈਗੇ ਆ, ਆਪਣੇ ਦੇਸ਼ ਦਾ ਹਿੱਸਾ ਬਣ ਜਾਂਦੀ ਹੈ, ਤਾਂ ਜਿਹੜੇ ਵੀ ਲੋਕ ਉੱਥੇ ਰਹਿੰਦੇ ਹੋਣਗੇ ਉਹ ਵੀ ਕੀ, ਉਹਨਾਂ ਨੂੰ ਕੀ ਹੈ, ਆਟੋਮੈਟਿਕਲੀ ਭਾਰਤ ਦੀ ਨਾਗਰਿਕਤਾ ਮਿਲ ਜੇਗੀ। ਉਹਨਾਂ ਨੂੰ ਵੀ ਕੀ ਸਮਝਿਆ ਜਾਊਗਾ, ਭਾਰਤ ਦਾ ਨਾਗਰਿਕ। ਇਹ ਚਾਹ ਯਾਦ ਰੱਖਣਾ ਹੈ। ਜਿਹੜਾ ਸਿੱਕਮ ਹੈ, ਸਿੱਕਮ ਨੂੰ ਭਾਰਤ ਵਿੱਚ ਮਿਲਾਇਆ ਗਿਆ ਸੀ 1974 ਦੇ ਵਿੱਚ। ਕਦੋਂ ਮਿਲਾਇਆ ਗਿਆ ਸੀ, 1974 ਦੇ ਵਿੱਚ। ਤਾਂ ਜਿਹੜੇ ਉਹ ਸਿੱਕਮ ਲੋਕ ਰਹਿੰਦੇ ਸੀ, ਜਿਹੜੇ ਉੱਥੋਂ ਦੇ ਵਸਨੀਕ ਸੀਗੇ, ਉਹ ਵੀ ਕੀ ਹੋ ਗਏ, ਭਾਰਤੀ ਹੋ ਗਏ। ਉਹਨਾਂ ਦੇ ਵੀ ਕੀ ਹੋ ਗਏ, ਉਹ ਵੀ ਭਾਰਤੀ। ਠੀਕ ਹੈ ਜੀ, ਇਹ ਸੀਗੀ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਤਰੀਕੇ 5। ਠੀਕ ਹੈ, ਹੁਣ ਹੈਗੇ ਆ ਵੀ ਜੇ ਮੰਨ ਲਓ ਭਾਰਤੀ ਨਾਗਰਿਕਤਾ ਖਤਮ ਕਿਵੇਂ ਕੀਤੀ ਜਾ ਸਕਦੀ ਹੈ। ਸਮਾਪਤੀ ਦਾ ਮੀਨਿੰਗ ਹੈ ਖਤਮ, ਵੀ ਜੇ ਕੋਈ ਵਿਅਕਤੀ ਭਾਰਤ ਦਾ ਨਾਗਰਿਕ ਹੈ ਤਾਂ ਉਹਦੀ ਨਾਗਰਿਕਤਾ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ। ਇਹਦਾ ਤਰੀਕਾ ਵੇਖੋ ਜੀ। ਪਹਿਲਾ ਹੈਗਾ ਤਿਆਗ ਦੁਆਰਾ। ਤਿਆਗ ਦੁਆਰਾ ਦਾ ਮੀਨਿੰਗ ਹੁੰਦਾ ਹੈ ਵੀ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦਾ ਨਾਗਰਿਕ ਹੋਵੇ, ਜੇਕਰ ਕੋਈ ਵੀ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੇ ਤਾਂ ਆਪ ਹੀ ਕਹਿ ਦਿੰਦਾ ਜੀ ਮੈਂ ਭਾਰਤ ਦੀ ਨਾਗਰਿਕਤਾ ਛੱਡਦਾ। ਉਹ ਘੋਸ਼ਣਾ ਕਰ ਦਿੰਦਾ ਹੈ ਵੀ ਮੈਨੂੰ ਭਾਰਤ ਦੀ ਨਾਗਰਿਕਤਾ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ ਜੀ, ਇਹ ਫੈਕਟ ਹੈ, ਇਹ ਪੜ੍ਹਨਾ ਹੀ ਹੈ, ਜ਼ਿਆਦਾ ਪੇਪਰ 'ਚ ਨਹੀਂ ਆਉਂਦੇ ਹੁੰਦੇ। ਸਿਰਫ ਪੰਜੀਕਰਨ ਵਾਲਾ ਪੜ੍ਹ ਲੈਣਾ, ਯਾਦ ਕਰਨਾ ਜ਼ਿਆਦਾ। ਸਮਾਪਤੀ, ਸਮਾਪਤੀ ਦਾ ਬਾਏ ਟਰਮੀਨੇਸ਼ਨ। ਪੰਜੀਕਰਨ ਨਾਲ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲਾ ਵਿਅਕਤੀ ਜਦੋਂ ਕਿਸੇ ਹੋਰ ਦੇਸ਼ ਦਾ ਨਾਗਰਿਕਤਾ ਲੈ ਲਵੇ। ਠੀਕ ਹੈ ਜੀ, ਇਹ ਪੜ੍ਹ ਲੈਣ ਦੇ ਵਿੱਚੋਂ ਧਿਆਨ ਇਹ 'ਚ ਰੱਖਣਾ ਜੀ। ਵੰਜਿਤ ਕਰਕੇ, ਡੈਪਰੀਵੇਸ਼ਨ। ਇਹਦਾ ਮੀਨਿੰਗ ਕੀ ਹੈ ਵੀ ਜੇਕਰ ਕੋਈ ਵਿਅਕਤੀ ਭਾਰਤ ਦਾ ਨਾਗਰਿਕ, ਉਹਨੇ ਭਾਰਤ ਦੀ ਨਾਗਰਿਕਤਾ ਲੈ ਲਈ, ਪੰਜੀਕਰਨ ਕਰਵਾ ਲਿਆ, ਰਜਿਸਟ੍ਰੇਸ਼ਨ ਕਰਵਾ ਲਈ, ਜਾਂ ਨੈਚੁਰਲਿਜ਼ਮ ਰਾਹੀਂ ਆਪਣੇ ਭਾਰਤ ਦੀ ਕੀ ਲੈ ਲਈ, ਨਾਗਰਿਕਤਾ ਲੈਣ ਵਾਲਾ ਕੋਈ ਵਿਅਕਤੀ ਹੈਗਾ, ਉਹਦੀ ਨਾਗਰਿਕਤਾ ਕੇਂਦਰ ਸਰਕਾਰ ਹੀ ਖਤਮ ਕਰ ਸਕਦੀ ਹੈ। ਕੇਂਦਰ ਸਰਕਾਰ ਕਿਉਂ ਕਰ ਸਕਦੀ ਹੈ, ਕਿਉਂਕਿ ਆਪਣੇ ਦੇਸ਼ ਦੀ ਨਾਗਰਿਕਤਾ ਦਿੰਦਾ ਕੌਣ ਹੈ, ਕੇਂਦਰ ਸਰਕਾਰ। ਤੇ ਖਤਮ ਵੀ ਫਿਰ ਕੌਣ ਕਰ ਸਕਦਾ ਹੈ, ਕੇਂਦਰ ਸਰਕਾਰ। ਕਹਿੰਦੇ ਵੀ ਜੇ ਕੋਈ ਵੀ ਵਿਅਕਤੀ ਹੈ, ਜੇ ਉਹਨੇ ਰਜਿਸਟ੍ਰੇਸ਼ਨ ਨਾਲ ਜਾਂ ਨੈਚੁਰਲਿਜ਼ਮ ਨਾਲ ਭਾਰਤ ਦੀ ਨਾਗਰਿਕਤਾ ਲਈ ਹੋਈ ਹੈ, ਠੀਕ ਹੈ, ਉਹਨੂੰ ਕੇਂਦਰ ਸਰਕਾਰ ਉਹਦੀ ਨਾਗਰਿਕਤਾ ਨੂੰ ਖਤਮ ਕਰ ਸਕਦੀ ਹੈ। ਕਦੋਂ ਕਰ ਸਕਦੀ ਹੈ, ਜਾਂ ਤਾਂ ਉਹਨੇ ਧੋਖਾਧੜੀ ਨਾਲ ਨਾਗਰਿਕਤਾ ਲਈ ਹੋਵੇ। ਧੋਖਾਧੜੀ ਮੀਨਿੰਗ ਵੀ ਉਹਨੇ ਕੋਈ ਡਾਕੂਮੈਂਟ ਫਰਜ਼ੀ ਲਾਤੇ। ਠੀਕ ਹੈ ਜੀ, ਉਹ 7 ਸਾਲਾਂ ਤੋਂ ਜਾਂ 12 ਸਾਲਾਂ ਤੋਂ ਦੇਸ਼ ਵਿੱਚ ਨਹੀਂ ਰਹਿ ਰਿਹਾ, ਉਹਨੇ ਕੀ ਬਣਾਤੇ, ਫਰਜ਼ੀ ਡਾਕੂਮੈਂਟ ਲਾਤੇ, ਜਾਂ ਉਹਨੇ ਆਪਦੇ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ, ਕੋਈ ਜਾਣਕਾਰੀ ਛੁਪਾਈ ਹੈ, ਉਹਨੂੰ ਬੋਲਿਆ ਜਾਂਦਾ ਧੋਖਾਧੜੀ। 420 ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, ਉਹਨੇ ਧੋਖਾਧੜੀ ਨਾਲ ਭਾਰਤ ਦੀ ਨਾਗਰਿਕਤਾ ਲਈ ਹੋਵੇ ਤਾਂ ਉਹ ਕੀ ਹੋ ਜਾਊਗੀ, ਰੱਦ ਹੋ ਜਾਏਗੀ। ਦੂਜਾ ਕਾਰਨ ਕੀ ਹੈ ਵੀ ਆਪਣੀ ਮੰਨ ਲਓ ਯੁੱਧ ਸ਼ੁਰੂ ਹੋ ਗਿਆ ਕਿਸੇ ਦੇਸ਼ ਨਾਲ। ਠੀਕ ਹੈ ਜੀ, ਆਪਣਾ ਕਿਸੇ ਵੀ ਦੇਸ਼ ਨਾਲ ਯੁੱਧ ਸ਼ੁਰੂ ਹੋ ਗਿਆ ਤਾਂ ਉਹਨੇ ਕੀ ਕੀਤਾ, ਜਿਹੜਾ ਦੁਸ਼ਮਣ ਦੇਸ਼ ਹੈ, ਦੁਸ਼ਮਣ ਦੇਸ਼ ਦੇ ਨਾਲ ਗੈਰ ਕਾਨੂੰਨੀ ਵਪਾਰ ਕੀਤਾ ਹੋਵੇ, ਜਾਂ ਕੋਈ ਸੰਚਾਰ ਮੀਨਿੰਗ ਕੋਈ ਗੱਲਬਾਤ ਕੀਤੀ ਹੋਵੇ ਜਿਹੜੀ ਦੇਸ਼ ਦੇ ਖਿਲਾਫ ਹੋਵੇ। ਠੀਕ ਹੈ ਜੀ, ਕੋਈ ਵੀ ਉਹਦੇ ਨਾਲ ਸੰਚਾਰ ਇਹੋ ਜਿਹਾ, ਗੱਲਬਾਤ ਇਹੋ ਜਿਹੀ ਜਿਹੜੀ ਦੇਸ਼ ਦੀ ਕੀ ਹੋਵੇ, ਉਲਟ ਹੋਵੇ, ਤਾਂ ਵੀ ਉਹਦੀ ਜਿਹੜੀ ਹੈਗੀ ਹੈ ਨਾਗਰਿਕਤਾ ਕੀ ਹੋ ਜਾਏਗੀ, ਖਤਮ। ਤੀਜਾ, ਉਹ ਲਗਾਤਾਰ ਭਾਰਤ ਤੋਂ 7 ਸਾਲਾਂ ਤੋਂ ਬਾਹਰ ਰਿਹਾ ਹੋਵੇ। ਠੀਕ ਹੈ ਜੀ, ਜਾਂ ਫਿਰ ਪੰਜੀਕਰਨ ਰਜਿਸਟ੍ਰੇਸ਼ਨ ਦੇ 5 ਸਾਲ ਅੰਦਰ ਕਿਸੇ ਵੀ ਦੇਸ਼ ਵਿੱਚ 2 ਸਾਲ ਉਹਨੂੰ ਸਜ਼ਾ ਹੋਈ ਹੋਵੇ। ਇਹਦੇ ਕਾਰਨ ਹੈ। ਠੀਕ ਹੈ ਜੀ, ਇਹਨਾਂ ਪਤਾ ਲੱਗਿਆ ਜੀ। ਹੁਣ ਆਹ ਫੈਕਟ ਇੱਕ ਵੇਖੋ, ਪਿੱਛੇ ਜੇ ਰੌਲਾ ਪਿਆ ਸੀ 2019 ਦੇ ਵਿੱਚ ਨਾਗਰਿਕਤਾ ਸੰਸ਼ੋਧਨ ਬਿੱਲ। ਨਾਗਰਿਕਤਾ ਸੰਸ਼ੋਧਨ ਬਿੱਲ ਇਹ ਹੈ ਕੀ ਸੀ, ਆਪਾਂ ਇਹ ਪੜ੍ਹਦੇ ਹਾਂ ਵੀ ਇਹਦਾ ਕਾਫੀ ਰੌਲਾ ਪਿਆ ਸੀਗਾ ਵੀ ਬਾਹਰਲੇ ਜਿਹੜੇ ਹੈਗੇ ਆ ਪਾਕਿਸਤਾਨ ਦੇ, ਬੰਗਲਾਦੇਸ਼ ਦੇ ਲੋਕਾਂ ਨੂੰ ਜਿਹੜੀ ਹੈਗੀ ਛੂਟ ਦੇਤੀ ਸੀ ਨਾਗਰਿਕਤਾ ਦੇ ਵਿੱਚੋਂ। ਉਹ ਕਿਉਂ ਪਿਆ ਸੀ, ਵੇਖੋ ਜੀ। ਇਹਨੂੰ ਆਪਾਂ ਪੜ੍ਹਦੇ ਹਾਂ ਵੀ ਉਹਦਾ ਕਾਰਨ ਕੀ ਸੀਗਾ, ਕੀ ਸੀ ਉਹ ਇਸ਼ੂ। ਉਹਨੂੰ ਬੋਲਿਆ ਜਾਂਦਾ ਨਾਗਰਿਕਤਾ ਸੰਸ਼ੋਧਨ ਬਿੱਲ। ਨਾਗਰਿਕਤਾ ਸੰਸ਼ੋਧਨ ਬਿੱਲ ਕਦੋਂ ਪਾਸ ਹੋਇਆ ਸੀ, 2019 ਦੇ ਵਿੱਚ। 2019 ਦੇ ਵਿੱਚ ਕੀ ਸੀ ਇਹ ਬਿੱਲ? ਇਹ ਬਿੱਲ ਵਿੱਚ ਸੀਗਾ ਵੀ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ। ਠੀਕ ਹੈ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ 6 ਜਾਤੀਆਂ, ਯਾਨੀ ਕਿ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ 6 ਜਾਤੀਆਂ ਕਿਹੜੀਆਂ ਕਿਹੜੀਆਂ ਸੀਗੀਆਂ, ਹਿੰਦੂ, ਸਿੱਖ, ਈਸਾਈ, ਜੈਨ, ਬੁੱਧ ਅਤੇ ਪਾਰਸੀ। ਠੀਕ ਹੈ ਜੀ, ਇਹਦੀਆਂ 6 ਜਾਤੀਆਂ ਨੂੰ ਕੀ ਛੂਟ ਦੇਤੀ ਸੀਗੀ। ਉਹਨਾਂ ਨੇ ਕਿਹਾ ਸੀ ਦੇ ਗੈਰ ਕਾਨੂੰਨੀ ਪ੍ਰਵਾਸੀ, ਪ੍ਰਵਾਸੀ ਹੁੰਦੇ ਆ ਜਿਹੜੇ ਬਾਹਰਲੇ ਲੋਕ ਆਪਣੇ ਦੇਸ਼ ਵਿੱਚ ਆ ਕੇ ਰਹਿਣ ਲੱਗ ਜਾਂਦੇ ਆ। ਗੈਰ ਕਾਨੂੰਨੀ ਮੀਨਿੰਗ ਜਿਹੜੇ ਸਹੀ ਤਰੀਕੇ ਨਾਲ ਨਹੀਂ ਆਏ ਪਰ ਉਹ ਭਾਰਤ ਵਿੱਚ ਕੀ ਹੈਗੇ ਆ, ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ। ਇਹਦੇ ਵਿੱਚ ਉਹਨਾਂ ਨੂੰ ਛੂਟ ਮਿਲ ਗਈ ਸੀਗੀ। ਕਿਵੇਂ ਮਿਲੀ ਸੀ, ਉਹ ਲਿਖਿਆ ਵੀ ਦੇ ਗੈਰ ਕਾਨੂੰਨੀ ਪ੍ਰਵਾਸੀ ਉਹ ਲੋਕ ਜਿਹੜੇ ਇਹਨਾਂ ਕੰਟਰੀਆਂ ਦੇ ਵਿੱਚੋਂ, ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਵਿੱਚੋਂ
ਆ ਕੇ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਲੱਗ ਗਏ ਸੀਗੇ। ਕਦੋਂ? ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਸਨ, ਭਾਰਤੀ ਨਾਗਰਿਕਤਾ ਲਈ ਯੋਗ ਹਨ। ਇਸ ਐਕਟ ਰਾਹੀਂ 2014 ਤੋਂ ਪਹਿਲਾਂ ਇਹ 'ਚ ਕੰਡੀਸ਼ਨ ਸੀ ਵੀ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਹੀ ਭਾਵੇਂ ਆਇਆ ਹੋਵੇ ਭਾਰਤ ਦੇ ਵਿੱਚ, ਉਹ ਕਿੱਥੋਂ ਆਇਆ ਹੋਵੇ, ਬੰਗਲਾਦੇਸ਼, ਅਫਗਾਨਿਸਤਾਨ ਤੇ ਪਾਕਿਸਤਾਨ, ਤੇ ਕਿਹੜੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਜਾਂ ਤਾਂ ਹਿੰਦੂ ਹੋਵੇ ਜਾਂ ਸਿੱਖ ਜਾਂ ਈਸਾਈ ਜਾਂ ਜੈਨ ਜਾਂ ਬੁੱਧ ਜਾਂ ਪਾਰਸੀ, ਸਿਰਫ ਇਹ 6 ਜਾਤੀਆਂ। ਠੀਕ ਹੈ, ਕਦੋਂ ਆਇਆ ਹੋਵੇ? ਦਸੰਬਰ 2014 ਤੋਂ ਪਹਿਲਾਂ। ਤਾਂ ਉਹ ਕੀ ਹੈ? ਭਾਰਤੀ ਨਾਗਰਿਕ ਹੀ ਮੰਨੇ ਜਾਣਗੇ, ਭਾਰਤੀ ਨਾਗਰਿਕਤਾ ਲਈ ਕੀ ਹੈਗੇ ਸੀ ਇਹ ਯੋਗ ਸੀਗੇ। ਯਾਨੀ ਕਿ ਇਸ ਐਕਟ ਰਾਹੀਂ 6 ਜਾਤੀਆਂ ਦੀ ਜਿਹੜੀ 11 ਸਾਲਾਂ ਦੀ ਜਿਹੜੀ ਕੰਡੀਸ਼ਨ ਸੀਗੀ ਉਹਨੂੰ ਘਟਾ ਕੇ ਕਿੰਨਾ ਕਰਤਾ ਸੀਗਾ? 5 ਸਾਲ। ਕਿੰਨਾ ਕਰਤਾ ਸੀਗਾ? 11 ਸਾਲ ਤੋਂ 5 ਸਾਲ। ਵੈਸੇ ਮਿਨੀਮਮ 7 ਸਾਲ ਨਾ ਲਗਾਤਾਰ, ਇਹਨਾਂ ਨੂੰ ਘਟਾ ਕੇ ਕੀ ਕਰਤਾ ਸੀਗਾ? 5 ਸਾਲ। ਠੀਕ ਹੈ ਜੀ, ਇੰਨਾ ਸਮਝ ਆਇਆ ਜੀ? ਮੈਸੇਜ ਕਰੋਗੇ ਪਲੀਜ਼। सोलह जाने किवें जी? पिंड के रहणगे 18 के रहिंदे हुंदे जी। समझ अगे करते हैं जी आपां। हुण इहदे नाल क्वेश्चन आंसर है, फिर अगला टॉपिक करांगे आपां। साडे देश भारत विच नागरिकता कौन जारी करदा है? तुहानूं बहुत बार दसता कौन जारी करदा है? केंद्र सरकार। कौन जारी करदा? केंद्र सरकार। डायरैक्ट संसद के कंट्रोल दे विच है। राज सरकार भी नहीं करती, स्थानक सरकार भी नहीं। स्थानक सरकार वैसे किहड़ी हुंदी है? आपां करना है स्थानक सरकार दे विच याद रखियो, एक तो पंचायती राज आउंदा है, बड़ा इंपोर्टेंट है ये टॉपिक। एक की आउंदी हैगी है नगर पालिका, इहनूं बोलिया जांदा स्थानक सरकार। ठीक है जी, ये याद रखियो। स्थानक सरकारां दे विच ओह सरकार आउंदी है जिहड़ियां स्थानक पੱਧਰ ते जिहड़ियां अपनी डायरैक्ट अपने नाल संबंधित है। ठीक है जी, मान लो आप किसी शहर के विच रहने, उत्थे नगर कौंसल हुंदी है जां नगर निगम बने हुंदे है। ठीक है, MC हुंदे, अपने MC के इलैक्शन हुंदे है, उन्होंने की बोलिया जांदा स्थानक सरकार। उवें पिंडां दे विच की हुंदी है? नगर पंचायत हुंदी है, सरपंच वगैरह हुंदे है, ब्लॉक समितियां हुंदियां, उन्होंने की बोलिया जांदा हैगा स्थानक सरकार। क्योंकि यह लोअर लैवल ते, पिंड पੱਧਰ ते, शहर पੱਧਰ ते, ग्राउंड लैवल ते जाने की करते हैं, लोगों नाल सीधे संपर्क च हुंदे है ते उन्हां दे काम करते हैं लोक भलाई दे। पंचायत भी नहीं, जाने कि आंसर क्या आ गया? केंद्र सरकार। नागरिकता कौन जारी करता है? केंद्र सरकार। साडे देश भारत में किस प्रकार की नागरिकता है? ये भी बहुत बार कर लिया। किहड़ी नागरिकता? इकहरी। किहड़ी नागरिकता? इकहरी। दोहरी हैगी अपनी USA। अगे आ जाओ जी, अपना अगला टॉपिक मौलिक अधिकार। ठीक है जी, आप अगला टॉपिक कर रहे हो ना, मौलिक अधिकार, फंडामेंटल राइट्स। तुहानूं कल इहदे बारे थोड़ा जिहा दस्सिया सीगा। अपने जिहड़ा मूल संविधान है, मूल संविधान विच किन्ने मौलिक अधिकार सीगे? मूल संविधान दे विच किन्ने मौलिक अधिकार सी? मैसेज करो प्लीज़। मूल संविधान दे विच किन्ने मौलिक अधिकार सी? 7। ठीक है जी, हुण किन्ने हैगे आ इस टाइम? किन्ने है? सिर्फ नमन खत्री का ही जवाब आया जी। जिहड़ा मूल संविधान है, जदों अपने देश का वेखो संविधान बनिया, तुहानूं दस्सिया सी उदों किन्ने मौलिक अधिकार सीगे? 7। उदों टोटल किन्ने मौलिक अधिकार सी? 7। उहदे विचों एक सीगा संपत्ति का अधिकार, राइट टू प्रॉपर्टी, संपत्ति का अधिकार। ठीक है, ये 7 जिहड़े मौलिक अधिकार सीगे, उहदे विचों एक सीगा संपत्ति का अधिकार। इहनूं खत्म करता सीगा, इहनूं खत्म करके इहनूं किहड़ा अधिकार बनाता सीगा? लीगल राइट। किहड़ा राइट बनाता सीगा? लीगल राइट ने जो खत्म करता, 7 दे विचों एक खत्म करता, किन्ने रह गए? 6 रह गए। पढ़िए जी, पहला तो याद रखना है, ये बहुत इंपोर्टेंट टॉपिक है। ये जो चैप्टर है इनू बहुत ध्यान नाल पढ़ना। आपां जिहड़ा भारत का संविधान है वह भाग किनवें? 3। भाग किनवें हैगा? 3 है। आर्टिकल किनवें हैगा? 12 तो 35। ये आपां कल कर चुके हैं। आह लाइन याद रखनी है। जिहड़ा मौलिक अधिकार है इनू भारत का की कहा जाता? मैगना कार्टा। इनू की बोलिया जाता? भारत का भारतीय संविधान का मैगना कार्टा। ये धारणा कितों ली गई है? अमरीका तो। ये भी आपां कर लिया सीगा। ठीक है जी, मौलिक अधिकार जिहड़ी हैगी कित्थों ली गई? अपने मौलिक अधिकार का जिहड़ा प्रावधान है अमेरिका तो। ये आ गया संविधान द्वारा हेठ लिखे मौलिक अधिकार प्राप्त ने। तो हुण पा लियो वर्तमान समय विच हुण किन्ने हैगे आपां नूं मौलिक अधिकार? 6। पहला हैगा समानता का अधिकार।
ਇਹਦਾ ਆਰਟੀਕਲ ਯਾਦ ਰੱਖਿਓ, ਇਹੀ ਵੈਰੀ ਇੰਪੋਰਟੈਂਟ ਹੈ, ਇਹੀ ਪੇਪਰ ਜ਼ਿਆਦਾਤਰ ਆਉਂਦਾ ਹੁੰਦਾ ਜੀ। ਜਿਹੜਾ ਸਮਾਨਤਾ ਦਾ ਅਧਿਕਾਰ ਹੈ, ਰਾਈਟ ਟੂ ਇਕੁਐਲਿਟੀ, ਵੇਖੋ ਕੀ ਹੈ ਸਮਾਨਤਾ ਦਾ ਅਧਿਕਾਰ। ਸਮਾਨਤਾ ਦਾ ਅਧਿਕਾਰ ਹੈਗਾ ਵੀ ਸਾਰੀਆਂ ਧਰਮਾਂ ਦੇ, ਸਾਰੀਆਂ ਜਾਤਾਂ ਦੇ ਲੋਕ ਕੀ ਹੈ, ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰ ਹੈ। ਸਮਾਨਤਾ ਦਾ ਮੀਨਿੰਗ ਹੁੰਦਾ ਸਮਾਨ, ਸਮਾਨ ਮੀਨਿੰਗ ਬਰਾਬਰ, ਸਮਾਨ ਦਾ ਮੀਨਿੰਗ ਕੀ ਹੋ ਗਿਆ, ਬਰਾਬਰ। ਵੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਜਿਹੜੇ ਲੋਕ ਕੀ ਹੈਗੇ ਹੈ, ਬਰਾਬਰ ਹੈ। ਇਹ ਆਰਟੀਕਲ ਕਿਹੜਾ ਇਹਦਾ, 14 ਤੋਂ 18, ਆਰਟੀਕਲ ਕਿੰਨਾ ਹੈਗਾ, 14 ਤੋਂ 18। ਦੂਜਾ ਆ ਗਿਆ ਸੁਤੰਤਰਤਾ ਦਾ ਅਧਿਕਾਰ। ਸੁਤੰਤਰਤਾ ਦਾ ਮੀਨਿੰਗ ਕੀ ਹੁੰਦਾ, ਆਜ਼ਾਦੀ। ਠੀਕ ਹੈ ਜੀ, ਸੁਤੰਤਰਤਾ ਦਾ ਮੀਨਿੰਗ ਕੀ ਹੁੰਦਾ, ਆਜ਼ਾਦੀ। ਵੀ ਸਾਰੀਆਂ ਧਰਮਾਂ ਨੂੰ, ਉਹਨਾਂ ਨੂੰ ਬੋਲਣ ਚਾਲਣ ਦੀ, ਰਹਿਣ ਦੀ, ਠੀਕ ਹੈ ਜੀ, ਘੁੰਮਣ ਫਿਰਨ ਦੀ ਕੀ ਹੈਗੀ ਆ, ਆਪਣੇ ਆਜ਼ਾਦੀ ਹੈ। ਬੋਲ ਚਾਲ ਦੀ ਵੀ ਆਜ਼ਾਦੀ ਹੈ, ਸਮਝ ਆਈ। ਸੁਤੰਤਰ ਅਧਿਕਾਰ ਸਾਰੇ ਲੋਕਾਂ ਨੂੰ ਕੀ ਹੈਗੀ ਹੈ, ਸੁਤੰਤਰਤਾ ਪ੍ਰਾਪਤ ਹੈ। ਜੇ ਕੋਈ ਨੌਕਰੀ ਨਿਕਲਦੀ ਹੈ ਤਾਂ ਉਹਨਾਂ ਨੂੰ ਵੀ ਕੀ ਹੈ, ਸੁਤੰਤਰਤਾ ਹੈਗੀ ਹੈ ਵੀ ਸਾਰੇ ਲੋਕ ਆ ਜਾਣੇ ਕਿ ਫਾਰਮ ਅਪਲਾਈ ਕਰ ਸਕਦੇ ਹੈ, ਕੋਈ ਵਿਸ਼ੇਸ਼ ਧਰਮ ਜਾਂ ਜਾਤ ਲਈ ਨਹੀਂ ਹੋਏਗਾ। ਇਹਦਾ ਆਰਟੀਕਲ ਕਿੰਨਾ ਹੈ, 19 ਤੋਂ 22। ਇਹ ਯਾਦ ਕਰਨੇ ਪੈਣੇ ਆ ਜੀ, ਮੇਨ ਤਾਂ ਸਮਾਨਤਾ ਵਾਲਾ ਪੱਕਾ ਹੀ ਯਾਦ ਕਰ ਲਿਓ। ਇੱਕ ਆਹ ਜੀ 3rd, ਠੀਕ ਹੈ ਜੀ, ਸ਼ੋਸ਼ਣ ਵਿਰੁੱਧ ਅਧਿਕਾਰ। ਸ਼ੋਸ਼ਣ ਵੀ ਕਿਸੇ ਦੀ ਲੁੱਟ ਖਸੁੱਟ ਵਿਰੁੱਧ ਕੀ ਹੈਗਾ, ਅਧਿਕਾਰ, ਸ਼ੋਸ਼ਣ ਤੋਂ ਪ੍ਰੋਟੈਕਸ਼ਨ ਮਿਲਦੀ ਹੈਗੀ ਹੈ, ਰਾਈਟ ਅਗੇਂਸਟ ਐਕਸਪਲੋਟੇਸ਼ਨ। ਕੋਈ ਵਿਅਕਤੀ ਲੁੱਟ ਖਸੁੱਟ ਹੁੰਦੀ ਹੈ, ਸ਼ੋਸ਼ਣ ਹੁੰਦਾ ਤਾਂ ਉਹ ਕੀ ਜਾ ਸਕਦਾ, ਕੋਰਟ ਦੇ ਵਿੱਚ ਜਾ ਸਕਦਾ। ਇਹ ਆਰਟੀਕਲ ਕਿੰਨਾ ਹੈਗਾ, 23 ਤੋਂ 24। ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਧਾਰਮਿਕ ਸੁਤੰਤਰਤਾ ਮੀਨਿੰਗ ਹਰ ਵਿਅਕਤੀ ਨੂੰ ਕੋਈ ਵੀ ਧਰਮ ਮੰਨਣ ਦੀ ਕੀ ਹੈਗੀ ਹੈ, ਯਾਨੀ ਕਿ ਅਧਿਕਾਰ ਹੈ। ਹਰ ਵਿਅਕਤੀ ਨੂੰ, ਦੇਸ਼ ਵਾਸੀ ਨੂੰ ਕੋਈ ਵੀ ਧਰਮ ਉਹ ਮੰਨ ਸਕਦਾ ਹੈ, ਹਿੰਦੂ ਮੁਸਲਿਮ ਕੋਈ ਵੀ ਧਰਮ ਨੂੰ ਉਹ ਮੰਨ ਸਕਦਾ ਹੈ, ਉਹਨੂੰ ਕੀ ਹੈਗੀ ਹੈ, ਆਜ਼ਾਦੀ ਹੈ। ਇਹਦਾ ਆਰਟੀਕਲ ਕਿਹੜਾ ਹੈਗਾ, 25 ਤੋਂ 28। ਅੱਗੇ ਆ ਜਾਓ, ਸੰਸਕ੍ਰਿਤ ਅਤੇ ਸਿੱਖਿਆ ਸੰਬੰਧੀ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਇਹਦਾ ਕਿੰਨਵੇਂ, 29 ਤੋਂ 30। ਇੱਕ ਆਹ ਮੇਨ ਯਾਦ ਰੱਖਿਓ ਜੀ। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੰਵਿਧਾਨਿਕ ਉਪਚਾਰਾਂ ਦਾ ਰਾਈਟ ਟੂ ਕੰਸਟੀਟਿਊਸ਼ਨਲ। ਕੰਸਟੀਟਿਊਸ਼ਨਲ ਮੀਨਿੰਗ ਹੁੰਦਾ ਸੰਵਿਧਾਨਿਕ, ਕਾਨੂੰਨੀ। ਸੰਵਿਧਾਨਿਕ ਦਾ ਮੀਨਿੰਗ ਹੁੰਦਾ ਕਾਨੂੰਨੀ। ਰੈਮੀਡੀਜ਼ ਮੀਨਿੰਗ ਹੁੰਦਾ ਉਪਚਾਰ। ਉਪਚਾਰ ਦਾ ਮੀਨਿੰਗ ਇਹ ਕਿਉਂ ਹੈ ਅਧਿਕਾਰ, ਵੀ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਜਿਹੜੇ ਉੱਪਰ ਫੰਡਾਮੈਂਟਲ ਤੁਹਾਨੂੰ ਰਾਈਟ ਦਿੱਤੇ ਹੈ, ਮੰਨ ਲਓ ਸਮਾਨਤਾ, ਸੁਤੰਤਰਤਾ, ਸ਼ੋਸ਼ਣ, ਧਾਰਮਿਕ ਆਜ਼ਾਦੀ, ਸੰਸਕ੍ਰਿਤ ਅਤੇ ਸਿੱਖਿਆ ਸੰਬੰਧੀ ਅਧਿਕਾਰ, ਜੇਕਰ ਇਹਨਾਂ ਦੀ ਕੋਈ ਵੀ ਬੰਦਾ ਵਾਇਓਲੇਸ਼ਨ ਕਰਦਾ ਹੈ, ਠੀਕ ਹੈ ਜੀ, ਆਪਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਜਾਂ ਆਪਾਂ ਕੋਈ ਬੋਲਚਾਲ ਮੰਨ ਲਓ ਵੀ ਧਾਰਮਿਕ ਸੁਤੰਤਰਤਾ, ਕੋਈ ਬੰਦਾ ਕੋਈ ਧਰਮ ਅਪਣਾਉਂਦਾ ਹੈ ਤਾਂ ਕੋਈ ਉਹਨੂੰ ਰੋਕਦਾ ਹੈਗਾ ਵੀ ਤੂੰ ਆਹ ਧਰਮ ਨਹੀਂ ਅਪਣਾਉਣਾ, ਠੀਕ ਹੈ ਜੀ, ਤਾਂ ਫਿਰ ਉਹ ਕੋਰਟ ਜਾ ਸਕਦਾ। ਉਹ ਕੀ ਹੈ, ਰਾਈਟ ਟੂ ਕੰਸਟੀਟਿਊਸ਼ਨਲ ਰੈਮੀਡੀਜ਼। ਕਿਹੜਾ ਆਰਟੀਕਲ ਲੱਗਦਾ, 32। ਕਿਹੜੇ ਆਰਟੀਕਲ ਰਾਹੀਂ ਕੋਰਟ ਦੇ ਵਿੱਚ ਉਹ ਜਾ ਸਕਦਾ ਹੈਗਾ, ਆਰਟੀਕਲ ਕਿੰਨਾ, ਉਹ 32। ਤਾਂ ਹਰ ਬੰਦੇ ਨੂੰ ਜੇਕਰ ਉਹਦਾ ਕੋਈ ਵੀ ਜਿਹੜਾ ਹੈਗਾ ਆਪਣਾ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ, ਮੌਲਿਕ ਅਧਿਕਾਰ ਤੋਂ ਕੋਈ ਵਿਅਕਤੀ ਨੂੰ ਹੈਗਾ ਦੂਰ ਰੱਖਿਆ ਜਾਂਦਾ ਹੈ, ਤਾਂ ਕੋਰਟ ਰਾਹੀਂ, ਕੋਰਟ 'ਚ ਆਰਡਰ ਕਰਾ ਸਕਦਾ ਹੈ ਵੀ ਮੈਨੂੰ ਮੇਰਾ ਮੌਲਿਕ ਅਧਿਕਾਰ ਦਿੱਤਾ ਜਾਵੇ। ਠੀਕ ਹੈ ਜੀ, ਇਹ 6 ਤਾਂ ਰਹਿ ਗਏ। ਹੁਣ ਆ ਗਈਆਂ ਵਿਸ਼ੇਸ਼ਤਾਵਾਂ, ਫੈਕਟ ਹੈ, ਪੜ੍ਹਦੇ ਹਾਂ। ਆਹ ਤੁਹਾਨੂੰ ਦੱਸਤਾ ਜੀ, ਪਹਿਲਾਂ ਸੰਵਿਧਾਨ 'ਚ ਕਿੰਨੇ ਮੌਲਿਕ ਅਧਿਕਾਰ ਸੀ, 7। 6 ਆਪਾਂ ਉੱਪਰ ਪੜ੍ਹ ਲਏ। ਇੱਕ ਕਿਹੜਾ ਸੀਗਾ, ਰਾਈਟ ਟੂ ਪ੍ਰੋਪਰਟੀ, ਸੰਪत्ति ਦਾ ਅਧਿਕਾਰ। ਇੱਕ ਕਿਹੜਾ ਸੀਗਾ, ਸੰਪत्ति ਦਾ ਅਧਿਕਾਰ। ਠੀਕ ਹੈ ਜੀ, ਇਹਦਾ ਵੇਖੋ ਆਰਟੀਕਲ 31 ਸੀਗਾ, ਧਿਆਨ ਨਾਲ ਦੇਖੋ ਜੀ। ਜਿਹੜੇ ਆਪਾਂ ਆਰਟੀਕਲ ਪੜ੍ਹੇ ਆ 29 30 ਤੋਂ ਬਾਅਦ ਇਹਦੇ ਵਿੱਚ 31 ਮਿਸ ਹੈ। 31 ਮਿਸ ਹੈ ਨਾ, 31 ਕਿਉਂ ਮਿਸ ਹੈ ਵੀ ਇਹ ਆਰਟੀਕਲ ਕਾਹਦਾ ਸੀਗਾ, ਸੰਪत्ति ਦੇ ਅਧਿਕਾਰ ਦਾ, ਰਾਈਟ ਟੂ ਪ੍ਰੋਪਰਟੀ ਦਾ ਸੀਗਾ, ਪਰ ਇਹਨੂੰ ਇੱਥੋਂ ਕੀ ਕਰਤਾ, ਖਤਮ ਕਰਤਾ। ਜਦੋਂ ਖਤਮ ਕਰਤਾ ਕੀ ਹੋ ਗਿਆ, ਇੱਥੋਂ ਡਿਲੀਟ ਹੋ ਗਿਆ। ਠੀਕ ਹੈ ਜੀ, ਤਾਂ ਹੀ ਇਹਦੇ ਵਿੱਚ ਵੇਖੋ ਮਿਸ ਹੈ 31 ਨੰਬਰ। ਸੰਪत्ति ਦਾ ਅਧਿਕਾਰ ਆਰਟੀਕਲ ਕਿੰਨਾ ਸੀਗਾ, 31। ਠੀਕ ਹੈ ਜੀ, ਇੱਕ ਮਿੰਟ, ਪੈਨ ਨਹੀਂ ਚੱਲ ਰਿਹਾ, ਪੈਨ ਦੀ ਬਹੁਤ ਦਿੱਕਤ ਹੁੰਦੀ ਹੈ। ਸੰਪत्ति ਦਾ ਅਧਿਕਾਰ ਕੀ ਸੀਗਾ, ਆਰਟੀਕਲ 31 ਸੀ, ਇਹਨੂੰ ਕੀ ਕਰਤਾ, ਖਤਮ ਕਰਤਾ। ਕਿਹੜੀ ਸੰਵਿਧਾਨ ਸੰਸ਼ੋਧਨ ਹੋਈ ਸੀ, ਆਪਾਂ ਕੱਲ ਕੀਤਾ ਸੀ 44ਵੀਂ ਸੰਵਿਧਾਨ ਸੰਸ਼ੋਧਨ ਹੋਈ ਸੀ 1978 ਦੇ ਵਿੱਚ। 44ਵਾਂ ਜਿਹੜਾ ਸੰਵਿਧਾਨ ਸੰਸ਼ੋਧਨ ਹੋਈ, 44ਵੀਂ ਅਮੈਂਡਮੈਂਟ ਹੋਈ, ਠੀਕ ਹੈ, 1978 ਦੇ ਵਿੱਚ। ਉਹਦੇ ਰਾਹੀਂ ਕੀ ਕੀਤਾ, ਸੰਪत्ति ਦੇ ਅਧਿਕਾਰ ਨੂੰ ਖਤਮ ਕਰਤਾ। ਤੇ ਕਿਹੜਾ ਸੈਕਸ਼ਨ ਬਣਾਤਾ ਸੀਗਾ, 300 ਏ। ਤੁਹਾਨੂੰ ਇਹ ਕੱਲ ਦੱਸਿਆ ਸੀਗਾ, 300 ਏ ਬਣਾਤਾ। ਤੇ ਕਿਹੜਾ ਅਧਿਕਾਰ ਬਣ ਗਿਆ ਸੀ, ਇਹ ਲੀਗਲ ਰਾਈਟ। ਦਾ ਭਾਗ ਨਹੀਂ ਯਾਦ ਕਰਨ ਦੀ ਲੋੜ। ਕਿਹੜਾ ਅਧਿਕਾਰ ਬਣਾਤਾ ਸੀ ਇਹ, ਲੀਗਲ ਰਾਈਟ। ਅੱਗੇ ਵੇਖੋ ਜੀ, ਮੌਲਿਕ ਅਧਿਕਾਰ ਸਥਾਈ ਨਹੀਂ ਹਨ, ਇਹ ਵੀ ਆਪਾਂ ਕੱਲ ਕੀਤਾ ਸੀ। ਸਥਾਈ ਦਾ ਮੀਨਿੰਗ ਹੁੰਦਾ ਪੱਕੇ, ਪਰਮਾਨੈਂਟ। ਵੀ ਕੋਈ ਵੀ ਚੀਜ਼ ਹੈ, ਤੁਹਾਨੂੰ ਦੱਸਿਆ ਸੀਗਾ ਸੰਵਿਧਾਨ ਦੀ, ਸਥਾਈ ਨਹੀਂ ਹੈਗੀ। ਸਥਾਈ ਮੀਨਿੰਗ ਪੱਕੇ ਤੌਰ 'ਤੇ ਨਹੀਂ ਹੈਗੀ, ਇਹਨੂੰ ਬਦਲਿਆ ਜਾ ਸਕਦਾ, ਇਹਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈਗੀ ਹੈ। ਜਦੋਂ ਲੋੜ ਮਹਿਸੂਸ ਹੁੰਦੀ ਹੈ, ਤਬਦੀਲੀ ਕਿਵੇਂ ਕਰਾਂਗੇ ਆਪਾਂ,
ਸੰਵਿਧਾਨ ਸੰਸ਼ੋਧਨ ਦੇ ਰਾਹੀਂ। ਤਾਂ ਹੀ ਲਿਖਿਆ ਹੋਇਆ ਵੀ ਜਿਹੜੇ ਮੌਲਿਕ ਅਧਿਕਾਰ ਹੈ ਸਥਾਈ ਨਹੀਂ ਹੈਗੇ, ਪਰਮਾਨੈਂਟ ਨਹੀਂ ਹੈਗੇ, ਇਹਨਾਂ ਨੂੰ ਘਟਾਇਆ ਵੀ ਜਾ ਸਕਦਾ ਅਤੇ ਵਧਾਇਆ ਵੀ ਜਾ ਸਕਦਾ। ਅਤੇ ਕੌਣ ਘਟਾਊ ਵਧਾਊਗਾ? ਸੰਸਦ। ਇਹ ਯਾਦ ਰੱਖਣਾ ਹੈ। ਮੌਲਿਕ ਅਧਿਕਾਰਾਂ ਦੇ ਵਿੱਚ ਜੇ ਘਟਾਉਣਾ ਹੈ, ਵਧਾਉਣਾ ਹੈ, ਕੋਈ ਅਮੈਂਡਮੈਂਟ ਕਰਨੀ ਹੈ, ਕੌਣ ਕਰ ਸਕਦਾ? ਸਿਰਫ ਪਾਰਲੀਮੈਂਟ। ਆਪਣੇ ਸੁਪਰੀਮ ਹੀ ਪਾਰਲੀਮੈਂਟ ਹੁੰਦੀ ਹੈ ਕੋਈ ਵੀ, ਠੀਕ ਹੈ ਜੀ। ਸੁਪਰੀਮ ਕੀ ਹੈ ਆਪਣੇ ਇੰਡੀਆ ਦੇ ਵਿੱਚ? ਪਾਰਲੀਮੈਂਟ। ਅੱਗੇ ਕਰੀਏ ਜੀ। ਇਹ ਨਿਆਂ ਸੰਗਤ ਹੈ। ਨਿਆਂ ਸੰਗਤ ਦਾ ਮੀਨਿੰਗ ਹੁੰਦਾ ਵੀ ਜੇਕਰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਜੇ ਆਪਣੇ ਮੌਲਿਕ ਅਧਿਕਾਰਾਂ ਤੋਂ ਆਪਾਂ ਨੂੰ ਦੂਰ ਰੱਖਿਆ ਜਾਂਦਾ ਹੈ, ਨਿਆਂ ਸੰਗਤ ਦਾ ਮੀਨਿੰਗ ਹੈ ਵੀ ਆਪਾਂ ਸੁਪਰੀਮ ਕੋਰਟ ਜਾਂ ਕੋਰਟ ਰਾਹੀਂ ਜਾ ਸਕਦੇ ਹਾਂ। ਕਿਸੇ ਕੋਰਟ ਜਾਵੜੋ, ਸੁਪਰੀਮ ਕੋਰਟ, ਹਾਈ ਕੋਰਟ, ਲੋਕਲ ਕੋਰਟ। ਜੇਕਰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹਨੂੰ ਕਿੱਥੇ ਜਾ? ਸੁਪਰੀਮ ਕੋਰਟ ਕੋਲ ਅਧਿਕਾਰ ਹੈ, ਯਾਨੀ ਕਿ ਸੁਪਰੀਮ ਕੋਰਟ ਕੋਲ ਆਪਾਂ ਜਾ ਕੇ, ਠੀਕ ਹੈ ਜੀ, ਉੱਥੋਂ ਆਰਡਰ ਕਰਾ ਸਕਦੇ ਹੈਗੇ ਆ। ਸੁਪਰੀਮ ਕੋਰਟ ਦੀ ਆਪਾਂ ਸਹਾਇਤਾ ਲੈ ਸਕਦੇ ਹਾਂ ਆਪਦੇ ਜਿਹੜੇ ਹੈਗੇ ਆ ਮੌਲਿਕ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ। ਇਹਨੂੰ ਕੀ ਬੋਲਦੇ? ਨਿਆਂ ਸੰਗਤ। ਨਿਆਂ ਸੰਗਤ ਦਾ ਮੀਨਿੰਗ ਹੈ ਨਿਆਂਯੋਗ ਹੈ, ਇਹਨੂੰ ਕੋਰਟ ਰਾਹੀਂ ਲਾਗੂ ਕਰਵਾਇਆ ਜਾ ਸਕਦਾ। ਇਹਦਾ ਮੀਨਿੰਗ ਇਹ ਹੈ। ਅੱਗੇ ਵੇਖੋ ਜੀ, ਆਹ ਵੈਰੀ ਵੈਰੀ ਇੰਪੋਰਟੈਂਟ। ਤੁਹਾਨੂੰ ਕੱਲ੍ਹ ਦੱਸਿਆ ਸੀ ਕਈ ਵਾਰੀ ਐਮਰਜੈਂਸੀ ਲੱਗ ਜਾਂਦੀ ਹੈ, ਠੀਕ ਹੈ ਜੀ, ਐਮਰਜੈਂਸੀ ਲੱਗ ਜਾਂਦੀ ਹੈ। ਇਹ 3 ਤਰ੍ਹਾਂ ਦੀ ਹੁੰਦੀ ਹੈ, ਆਪਾਂ ਪੜ੍ਹਾਂਗੇ ਅੱਗੇ। ਕੀ ਹੁੰਦਾ ਹੈ? ਜਦੋਂ ਕੋਈ ਐਮਰਜੈਂਸੀ ਲੱਗ ਜੇ ਤਾਂ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਆਪਾਂ ਉਹਦੇ ਵਿੱਚ ਹੀ ਪੜ੍ਹਿਆ ਸੀਗਾ, ਵੇਖੋ ਵੀ ਜਦੋਂ ਐਮਰਜੈਂਸੀ ਲੱਗਦੀ ਹੈਗੀ ਹੈ ਤਾਂ ਜਿਹੜਾ ਇਹ ਪ੍ਰਾਵਧਾਨ ਕਿੱਥੋਂ ਲਿਆ ਗਿਆ ਵੀ ਮੌਲਿਕ ਅਧਿਕਾਰਾਂ ਨੂੰ ਖਤਮ ਕਰਨ ਦਾ? ਪੜ੍ਹਿਆ ਸੀ ਨਾ ਜੀ ਆਪਾਂ। ਜਦੋਂ ਮੌਲਿਕ ਅਧਿਕਾਰ, ਜਦੋਂ ਐਮਰਜੈਂਸੀ ਲੱਗ ਜੇ ਤਾਂ ਜਿਹੜੇ ਦੇਸ਼ ਦੇ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਹੈਗੇ ਆ ਸਸਪੈਂਡ ਕਰਨ ਦਾ ਪ੍ਰਾਵਧਾਨ ਕਿੱਥੋਂ ਲਿਆ ਸੀ? ਜਰਮਨੀ ਤੋਂ। ਜਰਮਨੀ ਦਾ ਮੀਨਿੰਗ ਹਿਟਲਰ। ਹਿਟਲਰ ਬਹੁਤ ਤਾਨਾਸ਼ਾਹ ਸ਼ਾਸਕ ਰਿਹਾ। ਉਹਦੇ ਜਿਹੜੇ ਰਾਜ ਦੇ ਵਿੱਚ ਲੋਕਾਂ ਨੂੰ ਅਧਿਕਾਰ ਬਹੁਤ ਘੱਟ ਪ੍ਰਾਪਤ ਸੀ। ਤੁਹਾਨੂੰ ਦੱਸਿਆ ਯਾਦ ਕਰਨ ਦਾ ਤਰੀਕਾ। ਪਰ 2 ਮੌਲਿਕ ਅਧਿਕਾਰ ਇਹੋ ਜਿਹੇ ਆ ਜਿਹੜੇ ਕਦੇ ਖਤਮ ਨਹੀਂ ਹੁੰਦੇ। ਕਿਹੜੇ? ਆਰਟੀਕਲ ਦੇ 20 ਅਤੇ 21। ਇਹ ਯਾਦ ਰੱਖਿਓ, ਚਾਹੇ ਐਮਰਜੈਂਸੀ ਲੱਗ ਜੇ, ਆਰਟੀਕਲ 20 ਅਤੇ ਆਰਟੀਕਲ 21 ਦੇ ਜਿਹੜੇ ਵੀ ਹੈਗੇ ਮੌਲਿਕ ਅਧਿਕਾਰ ਖਤਮ ਨਹੀਂ ਹੁੰਦੇ। ਇਹ 2 ਨੂੰ ਛੱਡ ਕੇ ਬਾਕੀਆਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ, ਇਹਨਾਂ 2 ਨੂੰ ਨਹੀਂ ਕੀਤਾ ਜਾ ਸਕਦਾ। ਸਮਝ ਆਇਆ ਜੀ? ਮੈਸੇਜ ਕਰੋਗੇ ਪਲੀਜ਼, ਸਮਝ ਆਇਆ ਜੀ? ਫਿਰ ਅੱਗੇ ਕਰੀਏ। ਹਾਂ, ਅੱਛਾ, ਨਹੀਂ ਯਾਰ, ਇਹ ਐਵੇਂ ਲੱਗਦਾ। ਹੋ, ਅੱਗੇ ਕਰੀਏ ਜੀ। ਆਹ ਮੌਲਿਕ ਅਧਿਕਾਰ ਨਾਲ ਸੰਬੰਧਿਤ ਮਹੱਤਵਪੂਰਨ ਆਰਟੀਕਲ ਹੈ, ਇਹ ਪੜ੍ਹਨੇ ਹੈ। ਮੌਲਿਕ ਅਧਿਕਾਰਾਂ ਆਪਾਂ ਨਾ ਪੇਪਰ ਦੇ ਵਿੱਚ ਜ਼ਿਆਦਾਤਰ ਆਰਟੀਕਲ ਵਗੈਰਾ ਹੀ ਆਉਂਦੇ ਹੁੰਦੇ ਹੈ, ਜ਼ਿਆਦਾ ਜਿਹੜਾ ਹੈਗਾ ਜ਼ੋਰ ਹੀ ਇਹਦੇ ਉੱਤੇ ਦੇਣਾ ਹੈ। ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਆਰਟੀਕਲ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਜੀ, 14 ਨੰਬਰ ਤਾਂ ਜਿਹੜਾ ਆਰਟੀਕਲ 14 ਕਿਹਦੇ ਨਾਲ ਸੰਬੰਧਿਤ ਹੈ? ਯਾਦ ਰੱਖਿਓ, ਕਾਨੂੰਨ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹੈ। ਵੇਖੋ ਪਹਿਲਾ ਆਰਟੀਕਲ ਕੀਤਾ ਨਾ ਇਹਦੇ ਵਿੱਚ, ਧਿਆਨ ਨਾਲ ਵੇਖੋ ਜੀ। 14 ਤੋਂ 18 ਹੈਗੇ ਸਮਾਨਤਾ ਦਾ ਅਧਿਕਾਰ। ਸਮਾਨਤਾ ਦਾ ਮੀਨਿੰਗ ਹੁੰਦਾ ਬਰਾਬਰ। 14 ਤੋਂ 18 ਯਾਨੀ ਕਿ ਜਿਹੜਾ ਇਕੱਲਾ 14 ਹੈਗਾ ਉਹ ਕਿਹਦੇ ਨਾਲ ਸੰਬੰਧਿਤ ਹੈਗਾ? ਕਾਨੂੰਨ ਦੀਆਂ ਨਜ਼ਰਾਂ ਵਿੱਚ। ਉਹ 'ਚ ਕੀ ਲਿਖਿਆ ਗਿਆ ਵੀ ਸਾਰੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਦੇਸ਼ ਵਾਸੀ, ਸਾਰੇ ਲੋਕ ਕੀ ਹੈਗੇ ਆ? ਬਰਾਬਰ ਹੈਗੇ ਆ। 15 'ਚ ਲਿਖਿਆ ਗਿਆ ਧਰਮ, ਨਸਲ, ਜਾਤੀ, ਲਿੰਗ ਜਾਂ ਜਨਮ ਸਥਾਨ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਕਿਸੇ ਵੀ ਵਿਅਕਤੀ ਨਾਲ ਧਰਮ, ਜਾਤੀ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਹ 15 ਆਰਟੀਕਲ 'ਚ ਲਿਖਿਆ। 16 'ਚ ਲਿਖਿਆ ਸਾਰੇ ਨਾਗਰਿਕਾਂ ਨੂੰ ਬਰਾਬਰ ਜਿਹੜੇ ਹੈਗੇ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇੱਕ ਮੇਨ ਆ ਤੁਸੀਂ ਪੱਕਾ ਹੀ ਯਾਦ ਕਰ ਲਿਓ ਜੀ, ਇਹੀ ਜ਼ਿਆਦਾਤਰ ਪੇਪਰ ਹੁੰਦਾ। 17 ਵੀ 17 ਨੰਬਰ ਆਰਟੀਕਲ ਕਿਹਦੇ ਨਾਲ ਸੰਬੰਧਿਤ ਹੈ? ਇਹ ਹੈਗਾ ਅਛੂਤਤਾ ਨੂੰ ਖਤਮ ਕਰਦਾ ਹੈ। ਅਨਟੱਚੇਬਿਲਟੀ ਜਿਹੜੀ ਛੂਤ ਛਾਤ ਦੀ ਜਿਹੜੀ ਭਾਵਨਾ ਹੁੰਦੀ ਹੈ, ਇਹ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਵੀ ਕਿਸੇ ਨੂੰ ਹੱਥ ਲਾਤਾ ਜੀ ਛੂਤ ਹੋ ਗਿਆ। ਛੂਤ ਛਾਤ ਵਾਲੀ ਜਿਹੜੀ ਹੈਗੀ ਹੈ ਵਿਤਕਰਾ ਚੱਲਦਾ ਸੀਗਾ। ਆਰਟੀਕਲ ਕਿਹੜਾ 17 ਹੈਗਾ ਉਹਨੇ ਛੂਤ ਛਾਤ ਦੀ ਭਾਵਨਾ ਨੂੰ ਕੀ ਕਰਦਾ? ਇਹ ਖਤਮ ਕਰਦਾ। ਛੂਤਤਾ ਨੂੰ ਕੀ ਕਰਦਾ? ਇਹ ਖਤਮ ਕਰਦਾ। ਇਹੀ ਜ਼ਿਆਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇੱਕ 17 ਨੰਬਰ, ਇੱਕ 14 ਨੰਬਰ। 14 ਤੋਂ ਵੈਸੇ 18 ਤੱਕ ਸਾਰੇ ਯਾਦ ਕਰ ਲੈਣੇ ਆ। 18 ਨੰਬਰ ਕੀ ਹੈ? ਸੈਨਾ ਅਤੇ ਸਿੱਖਿਆ ਸੰਬੰਧੀ ਉਪਾਧੀ ਨੂੰ ਛੱਡ ਕੇ ਕੋਈ ਹੋਰ ਉਪਾਧੀ ਧਾਰਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਜਿਹੜਾ ਵਿਅਕਤੀ ਹੈ ਕੋਈ ਉਪਾਧੀ ਨਹੀਂ ਲਿਖੂਗਾ ਆਪਦੇ ਨਾਮ ਅੱਗੇ। ਸਿਰਫ ਕੌਣ ਲਿਖ ਸਕਦਾ? ਸੈਨਾ ਵਾਲੇ ਅਤੇ ਸਿੱਖਿਆ ਸੰਬੰਧੀ। ਠੀਕ ਹੈ ਜੀ। ਉਸੇ ਤਰ੍ਹਾਂ ਆਰਟੀਕਲ 20 ਤੁਹਾਨੂੰ ਹੁਣੇ ਦੱਸਿਆ ਵੀ ਜਿਹੜਾ ਆਰਟੀਕਲ 20 ਹੈ ਅਤੇ 21 ਹੈ, ਇਹ 2 ਆਰਟੀਕਲ ਇਹੋ ਜਿਹੇ ਹੈ ਜਿਹੜੇ ਐਮਰਜੈਂਸੀ ਦੌਰਾਨ ਵੀ ਸਸਪੈਂਡ ਨਹੀਂ ਹੁੰਦੇ। ਐਮਰਜੈਂਸੀ ਦੌਰਾਨ ਵੀ ਜਿਹੜਾ ਆਰਟੀਕਲ ਨੰਬਰ 20 ਅਤੇ ਆਰਟੀਕਲ 21 ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਵੇਖੋ ਕੀ ਹੈ ਇਹ ਆਰਟੀਕਲ 20 'ਚ ਲਿਖਿਆ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੇ ਸਬੰਧ ਵਿੱਚ ਸੁਰੱਖਿਆ। ਅਪਰਾਧ ਜੇ ਕਿਸੇ ਵਿਅਕਤੀ ਨੇ ਅਪਰਾਧ ਕਰਤਾ ਉਹਨੂੰ ਦੋਸ਼ੀ ਠਹਿਰਾਉਣ ਦੇ ਸਬੰਧ ਵਿੱਚ ਸੁਰੱਖਿਆ ਕਿਵੇਂ?
ਵੀ ਇੱਕੋ ਅਪਰਾਧ ਲਈ ਉਹਨੂੰ 2 ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਵੀ ਇੱਕੋ ਇਸ ਬੰਦੇ ਨੇ ਇੱਕ ਅਪਰਾਧ ਕੀਤਾ, ਇੱਕ ਵਾਰ ਸਜ਼ਾ ਮਿਲੇਗੀ ਨਾ, ਉਹਨੂੰ ਉਦੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ, ਚਾਹੇ ਐਮਰਜੈਂਸੀ ਲੱਗ ਜੇ, ਰੂਲ ਇਹੀ ਰਹੇਗਾ। 21 'ਚ ਕੀ ਲਿਖਿਆ, ਕਿਸੇ ਵੀ ਵਿਅਕਤੀ ਨੂੰ ਉਸਦੇ ਜੀਵਨ ਜਾਂ ਨਿੱਜੀ ਆਜ਼ਾਦੀ ਤੋਂ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਵੰਚਿਤ ਨਹੀਂ ਕੀਤਾ ਜਾ ਸਕਦਾ। ਕਿ ਕਿਸੇ ਵੀ ਵਿਅਕਤੀ ਜਿਹੜੀ ਨਿੱਜੀ ਆਜ਼ਾਦੀ ਹੈ, ਪਰਸਨਲ ਲਾਈਫ ਹੈ, ਠੀਕ ਹੈ ਜੀ, ਉਹਨੂੰ ਉਹਦੇ ਲਈ ਬਾਉਂਡ ਨਹੀਂ ਕੀਤਾ ਜਾਂਦਾ, ਉਹਦੇ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਮੰਨ ਲਓ ਕਿਸੇ ਨੇ ਅਪਰਾਧ ਕਰਤਾ, ਫਿਰ ਉਹਨੂੰ ਜੇਲ੍ਹ ਹੋਏਗੀ, ਫਿਰ ਉਹਨੂੰ ਕਮਰੇ 'ਚ ਰੱਖਿਆ ਜਾਊਗਾ, ਠੀਕ ਹੈ ਜੀ, ਉਹ ਹੋ ਗਈ ਉਹਦੀ ਨਿੱਜੀ ਆਜ਼ਾਦੀ 'ਤੇ ਰੋਕ। ਇਹ 'ਚ ਲਿਖਿਆ ਵੀ ਜੇਕਰ ਕੋਈ ਵਿਅਕਤੀ ਹੈਗਾ ਕਾਨੂੰਨ ਦੀ ਪ੍ਰਕਿਰਿਆ ਤੋਂ ਬਿਨਾਂ, ਕਾਨੂੰਨ ਦੀ ਪ੍ਰਕਿਰਿਆ ਕਦੋਂ ਚੱਲੂਗੀ, ਜਦੋਂ ਕੋਈ ਬੰਦਾ ਕੀ ਹੋਊਗਾ, ਦੋਸ਼ੀ ਹੋਊਗਾ, ਗੈਰ ਕਾਨੂੰਨੀ ਕੰਮ ਕਰੇਗਾ, ਉਦੋਂ ਤਾਂ ਆਪਾਂ ਰੋਕ ਲਾ ਸਕਦੇ ਹਾਂ। ਉਦੋਂ ਮੰਨ ਲਓ ਕੋਈ ਬੰਦਾ ਗਲਤ ਕੰਮ ਕਰ ਰਿਹਾ, ਦੋਸ਼ੀ ਪਾਇਆ ਗਿਆ, ਉਹਨੂੰ ਜੇਲ੍ਹ ਸਿੱਟ ਦਿੱਤਾ ਜਾਂਦਾ, ਤਾਂ ਉਹਦੀ ਜਿਹੜੀ ਲਿਬਰਟੀ ਹੈਗੀ ਕੀ ਕਰਤੀ, ਖਤਮ ਕਰਤੀ ਇੱਕ ਤਰ੍ਹਾਂ ਦੀ, 2 ਸਾਲ 3 ਸਾਲ 2 ਮਹੀਨੇ ਜੋ ਵੀ ਹੈ। ਪਰੰਤੂ ਕੋਈ ਵਿਅਕਤੀ ਜਿਹਦੇ ਉੱਤੇ ਕੋਈ ਵੀ ਪ੍ਰਕਿਰਿਆ ਨਹੀਂ ਚੱਲ ਰਹੀ, ਸਹੀ ਹੈਗਾ, ਤਾਂ ਉਹਦੇ ਉੱਤੇ ਆਪਾਂ ਵੰਚਿਤ ਨਹੀਂ ਕੀਤਾ ਜਾ ਸਕਦਾ ਬੇਕਸੂਰ ਨਾਲ। ਅੱਗੇ 21A, ਇਹ ਹੁਣੇ ਸ਼ਾਮਲ ਕੀਤਾ ਜੀ, ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਪੜ੍ਹਦੇ। 21A ਕੀ ਹੈ, 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਜ਼ਰੂਰੀ ਸਿੱਖਿਆ। ਤੁਹਾਨੂੰ ਦੱਸਿਆ ਸੀ ਨਹੀਂ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਕੀ ਹੈ, ਮੁਫਤ ਅਤੇ ਜ਼ਰੂਰੀ ਸਿੱਖਿਆ ਹੈਗੀ ਹੈ। ਇਹ ਕੀ ਹੈਗਾ, ਮੌਲਿਕ ਅਧਿਕਾਰ, ਬੱਚਿਆਂ ਲਈ ਤਾਂ ਮੌਲਿਕ ਅਧਿਕਾਰ ਹੈ, ਇਹੀ ਕਰਤੱਵ ਵੀ ਹੈਗਾ। ਇਹ ਆਪਾਂ ਉਹ 'ਚ ਪੜ੍ਹਾਂਗੇ ਫੰਡਾਮੈਂਟਲ ਡਿਊਟੀ 'ਚ, ਜਿਹੜਾ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਜ਼ਰੂਰੀ ਸਿੱਖਿਆ ਜਿਹੜੀ ਪ੍ਰਦਾਨ ਕਰਵਾਉਣੀ, ਕਿਹਦਾ ਫਰਜ਼ ਹੈਗਾ, ਮਾਤਾ ਪਿਤਾ ਦਾ। ਮਾਤਾ ਪਿਤਾ ਦੀ ਇਹ ਡਿਊਟੀ ਹੈ। ਕਿਹੜੀ ਵੀ ਡਿਊਟੀ ਹੈ, 11ਵੀਂ ਪੜ੍ਹਾਂਗੇ ਆਪਾਂ ਅੱਗੇ, ਠੀਕ ਹੈ। ਮੌਲਿਕ ਅਧਿਕਾਰਾਂ ਦੇ ਵਿੱਚ ਵੀ ਸ਼ਾਮਲ ਕਰਤਾ। ਮੌਲਿਕ ਅਧਿਕਾਰਾਂ ਦਾ ਸੈਕਸ਼ਨ ਕਿਹੜਾ ਹੋ ਗਿਆ, 21A, ਕਿਹੜਾ ਹੋ ਗਿਆ 21A। ਤੇ ਫੰਡਾਮੈਂਟਲ ਡਿਊਟੀ ਮਾਤਾ ਪਿਤਾ ਦੀ ਬਣਾਤੀ, ਉਹਦਾ ਸੈਕਸ਼ਨ ਕਿਹੜਾ, 11। ਕਿਹੜੀ ਸੰਸ਼ੋਧਨ ਹੋਈ ਸੀ, 86ਵੀਂ ਸੰਵਿਧਾਨ ਸੰਸ਼ੋਧਨ 2002। ਇਹਨੂੰ ਇੱਦਾਂ ਯਾਦ ਰੱਖ ਲਿਓ, 86 ਨੂੰ 8 + 6 ਕਿੰਨਾ ਹੁੰਦਾ, 14, ਤੇ 14 ਸਾਲ ਤੱਕ ਕੀ ਹੈਗੀ, ਸਿੱਖਿਆ ਮਾਫ ਹੈ। 8 + 6 14 ਹੁੰਦਾ ਨਾ, 14 ਸਾਲ ਤੱਕ ਦੇ ਬੱਚਿਆਂ ਨੂੰ ਕੀ ਹੈਗਾ, ਮੁਫਤ ਅਤੇ ਜਿਹੜੀ ਹੈਗੀ ਜ਼ਰੂਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਅੱਗੇ 23ਵਾਂ, ਇਹ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਜੀ। 23ਵਾਂ ਕੀ ਕਹਿੰਦਾ, ਮਾਨਵ ਤਸਕਰੀ ਅਤੇ ਭੀਖ ਮੰਗਣ ਨੂੰ ਰੋਕਦਾ। ਮਾਨਵ ਤਸਕਰੀ ਹੁੰਦਾ ਵੀ ਜਿਹੜੇ ਹੈਗੇ ਮਨੁੱਖਾਂ ਦੀ ਉਹ ਕਰਨਾ ਜੀ, ਸਮਗਲਿੰਗ, ਠੀਕ ਹੈ ਜੀ, ਮਨੁੱਖਾਂ ਨੂੰ ਵੇਚਣਾ, ਖਰੀਦਣਾ, ਖਰੀਦੋ ਫਰੋਖਤ, ਮਨੁੱਖਾਂ ਦੀ, ਵਿਅਕਤੀਆਂ ਦੀ ਖਰੀਦੋ ਫਰੋਖਤ, ਉਹਨੂੰ ਬੋਲਦਾ ਮਾਨਵ ਤਸਕਰੀ ਤੇ ਭੀਖ ਮੰਗਣ ਨੂੰ ਕੀ ਕਰਦਾ, ਰੋਕਦਾ। ਆਰਟੀਕਲ 23। ਆਰਟੀਕਲ 24, 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ, 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖਾਨੇ, ਖਦਾਨਾਂ ਜਾਂ ਖਤਰਨਾਕ ਗਤੀਵਿਧੀਆਂ ਦੇ ਕੰਮ 'ਤੇ ਨਹੀਂ ਲਗਾਇਆ ਜਾ ਸਕਦਾ। ਵੀ ਕੋਈ ਵੀ ਜਿਹੜਾ ਉਹਨਾਂ ਤੋਂ ਖਤਰਨਾਕ ਕੰਮ ਨਹੀਂ ਕਰਵਾਇਆ ਜਾ ਸਕਦਾ। ਪਰੰਤੂ ਇਹ ਆਰਟੀਕਲ ਹਾਨੀ ਰਹਿਤ ਨੌਕਰੀ ਕਰਨ ਤੋਂ ਨਹੀਂ ਰੋਕਦਾ, ਠੀਕ ਹੈ ਜੀ। ਅੱਗੇ ਆ ਜਾਓ 32, ਇਹ ਤੁਹਾਨੂੰ ਦੱਸਿਆ ਵੈਰੀ ਵੈਰੀ ਇੰਪੋਰਟੈਂਟ ਹੈ 32 ਦਾ, ਕੰਸਟੀਟਿਊਸ਼ਨਲ ਰੈਮੀਡੀਜ਼ ਵਾਲਾ। ਕੰਸਟੀਟਿਊਸ਼ਨਲ ਰੈਮੀਡੀਜ਼ ਵਾਲਾ ਕਿਉਂਕਿ ਉਹਦੇ ਵਿੱਚ ਕੀ ਹੈ ਵੀ ਜੇਕਰ ਕੋਈ ਵੀ ਮੰਨ ਲਓ ਵੀ ਆਪਣੇ ਫੰਡਾਮੈਂਟਲ ਜਿਹੜਾ ਰਾਈਟਸ ਹੈ ਉਹਦੀ ਉਲੰਘਣਾ ਹੁੰਦੀ ਹੈ, ਤਾਂ ਆਪਾਂ ਕਿਹਦਾ ਸਹਾਰਾ ਲੈ ਸਕਦੇ ਹਾਂ, ਸੁਪਰੀਮ ਕੋਰਟ ਦਾ। ਕਿਹਦਾ ਸਹਾਰਾ ਲੈ ਸਕਦੇ ਹਾਂ, ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਮੀਨਿੰਗ ਹੈ ਕੋਈ ਵੀ ਕੋਰਟ। ਮੰਨ ਲਓ ਸੁਪਰੀਮ ਕੋਰਟ ਦੇ ਅੰਡਰ ਹੀ ਹਾਈ ਕੋਰਟ ਹੁੰਦੀ ਹੈ, ਹਾਈ ਕੋਰਟ ਦੇ ਅੰਡਰ ਜਿਹੜੀਆਂ ਆਪਣੀਆਂ ਡਿਸਟ੍ਰਿਕਟ ਕੋਰਟ ਹੁੰਦੀਆਂ, ਠੀਕ ਹੈ, ਇਹ ਸਾਰੀਆਂ ਕੀ ਗਿਣੀਆਂ ਜਾਂਦੀਆਂ, ਸੁਪਰੀਮ ਕੋਰਟ ਦਾ ਹੀ ਹਿੱਸਾ ਗਿਣੀਆਂ ਜਾਂਦੀਆਂ। ਇਸ ਕਰਕੇ ਨਾਮ ਕੀ ਲਿਖਿਆ ਜਾਂਦਾ, ਸੁਪਰੀਮ ਕੋਰਟ। ਜਿਹੜਾ ਆਰਟੀਕਲ 32 ਹੈ ਉਹ ਕੀ ਕਹਿੰਦੇ ਵੀ ਜੇਕਰ ਆਪਣੇ ਫੰਡਾਮੈਂਟਲ ਜਿਹੜੇ ਰਾਈਟ ਹੈ ਉਹ ਵਾਇਲੇਟ ਹੁੰਦੇ ਹੈ, ਤਾਂ ਆਪਾਂ ਇਹਨੂੰ ਕੋਰਟ ਰਾਹੀਂ ਲਾਗੂ ਕਰਵਾ ਸਕਦੇ ਹਾਂ। ਇਸ ਆਰਟੀਕਲ ਨੂੰ ਕੀ ਕਿਹਾ ਜਾਂਦਾ, ਡਾਕਟਰ BR ਅੰਬੇਦਕਰ ਜੀ ਵੱਲੋਂ ਕੀ ਕਿਹਾ, ਸੰਵਿਧਾਨ ਦਾ ਦਿਲ ਅਤੇ ਆਤਮਾ। ਆਰਟੀਕਲ ਜਿਹੜਾ 32 ਹੈ ਉਹਨੂੰ ਸੰਵਿਧਾਨ ਦਾ ਕੀ ਆਖਿਆ ਜਾਂਦਾ, ਦਿਲ ਅਤੇ ਆਤਮਾ। ਇਹ ਯਾਦ ਰੱਖਿਓ, ਠੀਕ ਹੈ ਜੀ। ਇਸ ਆਰਟੀਕਲ ਤਹਿਤ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਵਿਅਕਤੀ ਸੁਪਰੀਮ ਕੋਰਟ ਜਾ ਸਕਦਾ। ਤੁਹਾਨੂੰ ਦੱਸਤਾ ਜੀ, ਇੰਨਾ ਸਮਝ ਆਇਆ ਜੀ, ਦੱਸੋਗੇ ਪਲੀਜ਼ ਮੈਸੇਜ 'ਤੇ। ਜ਼ੋਰ ਤਾਂ ਹੁਣ ਲੱਗਣਾ ਹੀ ਹੈ। ਵਧੀਆ ਸਮਝ ਆਇਆ ਨਾ। ਹਾਂ ਇਹ ਮੈਂ ਤੁਹਾਡੀ ਸੁਣੀ ਸੀ ਆਵਾਜ਼ ਹੀ ਸੁਣੀ, ਉਹ ਹੈ ਉਹਦੇ ਮੈਂ ਤਾਂ ਸੁਣਿਆ ਪਰਸੋਂ, ਕੱਲ ਤਾਂ ਨਹੀਂ ਸੁਣਿਆ ਤੁਹਾਡਾ ਲੈਕਚਰ। ਮਾਈਕ ਵਧੀਆ ਜੀ ਇਹ। ਪਰਸੋਂ ਚਲੋ ਅੱਗੇ ਕਰਦੇ ਹਾਂ, ਮੈਸੇਜ ਆ ਗਏ ਸਾਰਿਆਂ ਦੇ, ਸਮਝ ਆ ਰਿਹਾ। ਹੁਣ ਆਪਾਂ ਇਹਦੇ ਕੁਐਸਚਨ ਆਨਸਰ ਕਰਦੇ ਹਾਂ ਕੁਝ ਰਿਵੀਜ਼ਨ ਲਈ। ਆਹ ਦੇਖੋ ਜੀ, ਹੇਠ ਲਿਖਿਆਂ ਵਿੱਚੋਂ ਕਿਹੜੇ ਆਰਟੀਕਲ ਮੌਲਿਕ ਅਧਿਕਾਰ ਨਾਲ ਸੰਬੰਧਿਤ ਹੈ। ਇਹ ਆਪਾਂ ਕੱਲ੍ਹ ਵੀ ਕੀਤਾ ਸੀ। ਕਿਹੜੇ ਆਰਟੀਕਲ ਹੈਗੇ ਆ, 12 ਤੋਂ 35। 12 ਤੋਂ 35 ਮੌਲਿਕ ਅਧਿਕਾਰਾਂ ਨਾਲ ਹੈ। 5 ਤੋਂ 11 ਵੀ ਯਾਦ ਰੱਖਿਓ ਕਿਹਦੇ ਨਾਲ ਸੰਬੰਧਿਤ ਹੈ, ਨਾਗਰਿਕਤਾ, ਸਿਟੀਜ਼ਨਸ਼ਿਪ ਨਾਲ। ਕਿਹੜੇ ਹੈਗੇ ਆ, 5 ਤੋਂ 11। 36 ਤੋਂ 51 ਆਪਾਂ ਵੈਸੇ ਕੱਲ੍ਹ ਕਰਾਂਗੇ,
ਉਹ ਹੈਗੇ ਆ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਯਾਦ ਰੱਖਿਓ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਉਹਨਾਂ ਨਾਲ ਕਿਹੜੇ ਹੈਗੇ ਆ? 36 ਤੋਂ 51। 51 ਇਹ ਹੈਗਾ ਆਪਣਾ ਫੰਡਾਮੈਂਟਲ ਡਿਊਟੀ ਦਾ, ਫੰਡਾਮੈਂਟਲ ਡਿਊਟੀਜ਼, ਮੌਲਿਕ ਕਰਤੱਵ। ਇਹ ਵੀ ਆਪਾਂ ਕੱਲ੍ਹ ਕਰਾਂਗੇ। याद रखो 5 ਤੋਂ 11 नागरिकता, 12 ਤੋਂ 35 हो गया मौलिक अधिकार, 36 ਤੋਂ 51 राजनीति के निर्देशक सिद्धांत, 51 ए की हो गया फंडामेंटल ड्यूटीज। ठीक है जी। अगे हेठ लिखियां विचों किहड़ा आर्टिकल छूतता नूं खत्म करता है? छूत छात दी भावना नूं किहड़ा आर्टिकल खत्म करता है? 17। छूत छात दी भावना नूं किहड़ा आर्टिकल खत्म करता है? 17। ठीक है जी। आ 14 भी पढ़िया, 15 16 ये देखो काहदा जी, ये भी तुसीं याद रखना है। ये बराबर मौके समानता, सारे कानून की नज़र सारे बराबर है। ये 14 है। 15 धर्म जात के आधार पर कोई वितकरा नहीं करना, तो ये 16 च की है बराबर मौके प्रदान करना। मूल संविधान में कुल किन्ने मूल, वेखो मूल संविधान की गल की है। मूल भी जो स्टार्टिंग च बनया सीगा, ये वेख लियो भी वर्तमान लिखिया कि मूल लिखिया है। मूल लिखिया है तो जो स्टार्टिंग के बनया सीगा उहदे विच किन्ने मौलिक अधिकार सीगे? किन्ने सीगे? 7। किन्ने अधिकार सीगे? 7 सीगे। फिर एक तुहानूं दस दिता जिहड़ा संपत्ति का अधिकार है, संपत्ति का जिहड़ा अधिकार सीगा, ठीक है जी, आर्टिकल किन्ना सी उहदा? 31। उहनूं की करता? खत्म करता। तो इहनूं की बनाता सीगा? 300 ए दे विच इहनूं की बनाता सीगा? लीगल राइट बनाता सीगा। मौलिक अधिकार दे विचों इहनूं की करता? खत्म करता। हुण किन्ने रह गए? 6। इस टाइम 6 है। मूल संविधान विच किन्ने सीगे? 7। अगे ही किहड़े मौलिक अधिकारां नूं एमरजेंसी दौरान भी खत्म नहीं किया जा सकता? किहड़े मौलिक अधिकार है जिन्हां नूं एमरजेंसी दौरान भी, ठीक है, सस्पेंड नहीं किया जा सकता? किहड़े आर्टिकल है? 20 ते 21। ये तुहानूं दस्सिया भी जिहड़ा आर्टिकल 20 है तो आर्टिकल 21 हैगे है, वो मौलिक अधिकारां नूं एमरजेंसी दौरान भी खत्म नहीं किया जा सकता। ये तुसीं याद रखियो। आर्टिकल 14 का तुहानूं दसता राइट टू इक्वैलिटी, समानता का अधिकार। आर्टिकल 14 समानता हो गया। 32 आपां कीता ही है कॉन्स्टिट्यूशनल रैमिडीज, संविधानिक उपचारां का अधिकार। 32 की कहंदा भी जेकर अपने ਜਿਹੜੇ कोई फंडामेंटल राइट की वायलेशन होंदी है तो आप सुप्रीम कोर्ट जा सकते हैं। अगे जी, संविधान अनुसार मौलिक अधिकारों का रक्षक कौन है? यानी कि इनू सुरक्षा कौन प्रदान करता है? जे आपां नूं मौलिक अधिकारों की उलंघना होंदी है तो आपां दी रक्षा कौन करेगा? सुप्रीम कोर्ट। ये याद रखना है। तो आप किहदे विच जा सकते हैं? कोर्ट जा सकते हैं। किहदे कोल? सुप्रीम कोर्ट। अगे जी, किहड़ी संविधान संशोधन, किहड़ी अमेंडमेंट हुई सी संपत्ति के अधिकार नूं मौलिक अधिकारां विचों खत्म करके लीगल राइट बनाता? किहड़ी अमेंडमेंट हुई सीगी? 44वीं अमेंडमेंट हुई सी, जिहदे नाल की कीता? मौलिक अधिकारां नूं की कीता सीगा? आह संपत्ति के अधिकार नूं की करता सीगा? खत्म करता सीगा। ते किहड़ा राइट बनाता सी? लीगल राइट। किहड़ा राइट बनाता सीगा? लीगल राइट। अगे जी, किहड़ी संविधान संशोधन राही किहड़ी अमेंडमेंट हुई सी 6 ਤੋਂ 14 साल तक के बच्चों लई मुफ्त अते जरूरी सिक्ख्या प्रदान की गई सी? किहड़ी संविधान संशोधन होए सी? ओह एक मिनट ही, किहड़ी संविधान संशोधन राही 6 ਤੋਂ 14 साल तक के बच्चों लई मुफ्त अते जरूरी सिक्ख्या का प्रावधान होया सी? 86वीं। किहड़ी अमेंडमेंट सीगी? 86वीं। कदों हुई सी? 2002 च। याद रखियो 2002 च। ठीक है जी। यह अपना टॉपिक सीगा। हुण आपां अगे करांगे कल। इत्थे अपना अज खत्म हुंदा है। यह टॉपिक ही हैगा अपना अज खत्म हुंदा है। ओके जी, समझ आया जी सारिआं नूं? मैसेज करोगे?